ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ। ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ ਤੇ ਅੱਜ ਅਸੀਂ ਫੇਰ ਲੈ ਕੇ ਆਏ ਹਾਂ ਪ੍ਰੋਗਰਾਮ ਭਗਤ ਦੇ ਮਸਲੇ। ਅੱਜ ਅਸੀਂ ਚਰਚਾ ਕਰਾਂਗੇ ਕੁਝ ਨਵੇਂ ਮੁੱਦਿਆਂ ਦੇ ਉੱਤੇ। ਇਸ ਵਿਸ਼ੇ ਤੇ ਸਾਡੇ ਨਾਲ ਚਰਚਾ ਕਰਨ ਲਈ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਅੱਜ ਖਬਰ ਆ ਰਹੀ ਹੈ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਅਹੁਦਾ ਸੀ ਉਹਦੇ ਤੋਂ ਹਟਾ ਦਿੱਤਾ ਗਿਆ ਹੈ। ਉਹਦੇ ਪਿੱਛੇ ਕੀ ਰਾਜਨੀਤੀ ਸੀ, ਕੀ ਕਾਰਨ ਰਹੇ ਨੇ ਪ੍ਰੋਫੈਸਰ ਸਾਹਿਬ? ਬਿਲਕੁਲ ਗੁਰਦੀਪ ਜੀ, ਇੱਕ ਹੰਗਾਮੀ ਮੀਟਿੰਗ ਹੋਈ ਹੈ ਤੇ ਤੁਹਾਨੂੰ ਪਤਾ ਕਿ ਪੰਜਾਬ ਦੇ ਅੰਦਰ ਸਿੱਖ ਜਿਹੜੀ ਸੰਸਥਾਨ ਆ ਜਾਂ ਸਿੱਖ ਰਾਜਨੀਤੀ ਹੈ ਉਹ ਕਾਫੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀ ਆ ਪੰਜਾਬ ਦੀ ਪੂਰੀ ਪੋਲੀਟੀਕਲ ਰਾਜਨੀਤੀ ਨੂੰ ਤੇ ਪੋਲੀਟੀਕਲ ਲੀਡਰਸ਼ਿਪ ਨੂੰ ਵੀ। ਤੇ ਇਹ ਇੱਕ ਹੰਗਾਮੀ ਮੀਟਿੰਗ ਰੱਖੀ ਹੋਈ ਸੀਗੀ। ਕੱਲ੍ਹ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਹੋ ਸਕਦਾ ਹੈ ਜਿਹੜਾ ਘਵਾੜਾ ਜਾਂ ਗਾਜ ਜਿਹੜੀ ਆ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਗਿਰ ਜਾਏ। ਮੈਂ ਹੁਣੇ ਹੀ ਇੱਧਰੋਂ ਉੱਧਰੋਂ ਪਤਾ ਕੀਤਾ, ਜਿਹੜੇ ਸਿੱਖ ਸਕਾਲਰ ਆ ਵੀ ਕੀ ਗੱਲ ਹੋ ਗਈ, ਤੁਸੀਂ ਐਡਾ ਵੱਡਾ ਇੱਕਦਮ ਕਿਉਂ ਪਰਤਾਓ ਲੈਣ ਦਾ, ਕਿਹੜੀ ਗੱਲ ਐਡੀ ਵੱਡੀ ਹੋ ਗਈ ਸੀ? ਤੇ ਦੋ ਤਿੰਨ ਗੱਲਾਂ ਜਿਹੜੀਆਂ ਚਰਚਾ 'ਚ ਆ ਰਹੀਆਂ। ਇੱਕ ਤੇ ਜਿਹੜੀ ਰਾਘਵ ਚੱਡੇ ਨੂੰ ਉਹਦੀ ਸਗਾਈ ਦੇ ਉੱਤੇ ਆਸ਼ੀਰਵਾਦ ਦੇਣ ਚਲੇ ਗਏ ਤੇ ਉਹ ਉਦਣ ਹੀ ਬਲਟੋਹਾ, ਵਿਰਸਾ ਸਿੰਘ ਬਲਟੋਹਾ, ਉਹਨਾਂ ਨੇ ਕਿਹਾ ਵੀ ਆਹ ਕੀ ਕਰਤਾ, ਇਹ ਕੋਈ ਅਕਾਲ ਤਖਤ ਦੇ ਉੱਚ ਅਹੁਦੇ ਜਥੇਦਾਰ ਦਾ ਕੰਮ ਨਹੀਂ ਹੈ ਕਿ ਉਹ ਇੱਕ ਸਗਾਈ ਦੇ ਵਿੱਚ ਜਾਣ। ਦੇਖੋ, ਜੇ ਕਿਸੇ ਦੀ ਸ਼ਾਦੀ ਆ ਜਿਹ 'ਚ ਹੋਰ ਰਾਜਨੀਤਿਕ ਲੀਡਰਾਂ ਨੂੰ ਬੁਲਾਇਆ, ਇੱਧਰਾਂ ਨੂੰ ਬੁਲਾਇਆ, ਤੇ ਤੁਸੀਂ ਚਲੇ ਜਾਓ ਵਿੱਚ ਤੇ ਕਈ ਵਾਰੀ ਨਹੀਂ ਪਤਾ ਲੱਗਦਾ। ਸਾਂਝਾ ਸਾਜ ਚਲੋ, ਬਾਕੀ ਵੀ ਗਏ, ਤੁਸੀਂ ਵੀ ਗਏ, ਪਰ ਇੱਕ ਕਿਸੇ ਦੇ ਨਿੱਜੀ ਫੰਕਸ਼ਨ ਦੇ ਉੱਤੇ, ਪਰਿਵਾਰਕ ਫੰਕਸ਼ਨ ਦੇ ਉੱਤੇ ਏਡੇ ਵੱਡੇ ਰੁਤਬੇ ਦੇ ਮਾਲਿਕ ਜਾਂ ਉੱਥੇ ਅਹੁਦੇ 'ਤੇ ਬੈਠੇ ਸਰਦਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਉੱਥੇ ਜਾਣਾ ਕਈਆਂ ਨੂੰ ਚੁੱਭਿਆ ਜੀ। ਹਾਲਾਂਕਿ ਕੋਈ ਐਡੀ ਗੱਲ ਵੀ ਨਹੀਂ ਸੀਗੀ, ਪਰ ਕਿਉਂਕਿ ਉਹ ਇਸ ਗੱਲ ਨੂੰ ਨਿਖੇੜ ਕੇ ਜਾਂਦੇ ਕਿ ਦੇਖੋ, ਮੈਂ ਐਜ਼ ਇੰਡੀਵਿਜੂਅਲ ਜਾ ਰਿਹਾ, ਨਿੱਜੀ ਤੌਰ 'ਤੇ ਜਾ ਰਿਹਾ, ਮੈਂ ਐਜ਼ ਜਥੇਦਾਰ ਨਹੀਂ ਜਾ ਰਿਹਾ। ਮੈਨੂੰ ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਵੀ ਇਹੀ ਕਿਹਾ ਕਿ ਮੈਂ ਇੰਡੀਵਿਜੂਅਲ ਦੇ ਤੌਰ 'ਤੇ ਹਾਜ਼ਰ ਹੋ ਜਾਊਂਗਾ ਜੇ ਤੁਹਾਨੂੰ ਠੀਕ ਹੈ, ਇਸ ਚੰਗੇ ਅਹੁਦੇ 'ਤੇ ਠੀਕ ਲੱਗਾ। ਕਿਉਂਕਿ ਉਹ ਸ਼ਰੀਕ ਆ, ਕਿਉਂਕਿ ਉਹ ਰਾਘਵ ਚੱਡਾ, ਆਮ ਆਦਮੀ ਪਾਰਟੀ, ਇੱਟ ਖੜੱਕਾ, ਇੰਨਾ ਜ਼ਿਆਦਾ ਸਾਰਾ ਮੀਡੀਆ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਇਸੇ ਗੱਲ 'ਤੇ ਉੱਤੇ ਜ਼ੋਰ ਲਾਇਆ ਜਾਂਦਾ ਮੀਡੀਆ 'ਚ ਕਿ ਦੇਖੋ ਇਹ ਸਰਕਾਰ ਤੇ ਦਿੱਲੀੋਂ ਚੱਲ ਰਹੀ ਹੈ ਔਰ ਉਹਨਾਂ ਦਾ ਲੰਬੜਦਾਰ ਆ ਰਾਘਵ ਚੱਡਾ। ਇੱਥੇ ਹੋਰ ਕਈ ਬੰਦੇ ਬੈਠੇ ਆ, ਬਹੁਤ ਸਾਰੇ ਬੰਦੇ ਭਰਤੀ ਕਰ ਲਏ ਪੰਜਾਬ ਗੌਰਮੈਂਟ ਨੇ, ਖਾਸ ਕਰਕੇ ਮੀਡੀਆ ਦੇ ਵਿੱਚ, ਜਿਹੜੇ ਇਸ ਸਰਕਾਰ ਨੂੰ ਆਪਣੇ ਢੰਗ ਦੇ ਨਾਲ ਡਰਾਈਵ ਕਰ ਰਹੇ ਨੇ। ਔਰ ਉੱਥੇ ਚਲੇ ਜਾਣ ਤੇ ਫਿਰ ਦੁੱਖ ਤੇ ਲੱਗਣਾ ਸੀਗਾ। ਉਹਦਾ ਇੱਕ ਤੇ ਕਹਿ ਰਹੇ ਕਿ ਇਹ ਖਮਿਆਜਾ ਭੁਗਤਣਾ ਪਿਆ। ਬਾਕੀ ਵੈਸੇ ਹੋਰ ਗੱਲ ਆ ਕਿ ਜਿਹੜਾ PTC ਨੂੰ ਪਿਛਲੇ 10 ਸਾਲਾਂ ਤੋਂ ਵੱਧ 11 ਸਾਲਾਂ ਦਾ ਉਹ ਲਗਾਤਾਰ ਦਰਬਾਰ ਸਾਹਿਬ ਦੇ ਕੀਰਤਨ ਦਾ ਪ੍ਰਸਾਰਨ ਦੀ ਇਜਾਜ਼ਤ ਦੇਣਾ। ਹੁਣ ਵੈਸੇ ਤੇ ਇਹ SGPC ਦਾ ਇੱਕ ਆਪਣਾ ਫੈਸਲਾ, ਕਿਸੇ ਵੀ ਧਰਮ ਦਾ ਇਹ ਆਪਣਾ ਫੈਸਲਾ, ਤੇ SGPC ਵੀ ਇੱਕ ਧਰਮ ਹੈਗੀ, ਉਹਦੀ ਇੱਕ ਸੰਸਥਾ ਹੈਗੀ ਆ। ਉਹ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਇਹਦੇ 'ਚ ਉਹਨਾਂ ਨੂੰ ਫੈਸਲਾ ਕਰਨਾ, ਨਾ ਕਿ ਉਹਨਾਂ ਨੇ ਕੋਈ ਬਾਕੀ ਪੋਲੀਟੀਕਲ ਪਾਰਟੀਆਂ ਜਾਂ ਸਰਕਾਰਾਂ ਵਾਂਗੂ ਕੋਈ ਉਸ ਕਿਸਮ ਦੀਆਂ ਕੋਟੇਸ਼ਨਾਂ ਜੇ ਉਹ ਇਸ ਕਿਸਮ ਦਾ। PTC ਵੱਲੋਂ ਖਾਸ ਕਰਕੇ ਉਹਨਾਂ ਦੇ ਜਿਹੜੇ CEO ਆ ਰਵਿੰਦਰ ਨਾਰਾਇਣ, ਉਹਨਾਂ ਵੱਲੋਂ ਇੱਕ ਲੰਬੀ ਇੰਟਰਵਿਊ 'ਚ ਇਹ ਦੱਸਿਆ ਗਿਆ ਸੀਗਾ। ਮਤਲਬ ਇਹ ਸੀਗਾ ਕਿ PTC ਜਿਸ ਢੰਗ ਨਾਲ ਹਰ ਘਰ ਤੇ ਹਰ ਦੁਨੀਆ ਦੇ ਕੋਨੇ ਦੇ ਵਿੱਚ, ਉਹ ਕਹਿੰਦੇ ਸੀ ਇੱਕ ਵੀ ਜਗ੍ਹਾ ਦੱਸੋ ਜਿੱਥੇ ਇਹ ਸਾਡਾ ਦਰਬਾਰ ਸਾਹਿਬ ਦਾ ਕੀਰਤਨ ਜਾਂ ਪਾਠ, ਸਾਰੀ ਉਹਦੀ ਆਵਾਜ਼ਾਂ ਕੰਨਾਂ ਤੱਕ ਨਹੀਂ ਜਾਂਦੀਆਂ, ਸਾਰੇ ਦੇਸ਼ ਦੇ ਦੁਨੀਆ ਦੇ ਕੋਨੇ 'ਚ ਅਸੀਂ ਪਹੁੰਚਾਉਂਦੇ ਹਾਂ। ਫਿਰ ਕਹਿੰਦੇ ਕਿ ਹੋਰ ਚਾਹੀਦਾ ਕੀ, ਅਸੀਂ ਪੈਸੇ ਲੈਂਦੇ ਨਹੀਂ ਕੋਈ ਇਹ ਪਹੁੰਚਾਉਣ ਲਈ, ਉਲਟਾ ਅਸੀਂ 10 ਕਰੋੜ ਰੁਪਈਆ ਜਾਂ ਕਿੰਨਾ ਦਿੰਦੇ ਹਾਂ। ਹੋਰ ਸਾਰੇ ਪ੍ਰੋਗਰਾਮ ਜਿਹੜੇ ਅਸੀਂ ਕਰਦੇ ਹਾਂ ਇਹਨਾਂ ਦੇ, ਉਹ ਜਿਸ ਤਰ੍ਹਾਂ ਵੀ ਕੋਈ ਧਾਰਮਿਕ ਫੰਕਸ਼ਨ ਹੋਏ ਤੇ ਅਸੀਂ ਕਵਰ ਕਰਦੇ ਹਾਂ, ਤੇ ਉਸ ਦੇ ਉਹ ਚਾਰਜ ਲਾ ਕੇ ਉਹ 10 ਕਰੋੜ ਰੁਪਈਏ ਬਣਾਉਂਦੇ ਹੋਣਗੇ। ਗੁਰਦੀਪ ਜੀ, ਇਹ ਇੱਕ ਕਿਸਮ ਦਾ ਲਾਹਾ ਤੇ PTC ਨੂੰ ਹੈ, ਪਰ ਇੱਕ ਸੇਵਾ ਵੀ ਹੈ, ਦੋਵੇਂ ਗੱਲਾਂ ਹੀ ਆ। ਤੁਸੀਂ ਆਪਣਾ ਉਹਦੇ 'ਚ ਕੋਈ ਐਡ ਨਹੀਂ ਦੇ ਸਕਦੇ ਪ੍ਰੋਗਰਾਮ, ਉਦੋਂ ਪਹਿਲਾਂ ਤੇ ਪ੍ਰੋਗਰਾਮ ਤੋਂ ਬਾਅਦ ਕੋਈ ਉਹੋ ਜਿਹੀ ਭੜਕੀਲੀ ਐਡ ਨਹੀਂ ਦੇ ਸਕਦੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਯਾਰ ਆ ਕੀ ਇੱਧਰੋਂ ਅਜੇ ਹੁਣੇ ਕੀਰਤਨ ਕਰਦੇ ਹਟੇ ਆ, ਹੁਣੀ ਝੱਗੀਆਂ ਜਿਹੀਆਂ ਪਾ ਕੇ ਜਨਾਨੀਆਂ ਦਿਖਾਲਣ ਲੱਗ ਗਏ ਵੀ ਇਹ ਤੇ ਠੀਕ ਨਹੀਂ ਲੱਗਦਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੇ ਇਸ ਗੱਲ ਦਾ ਆਪਣਾ ਹੱਕ ਜਤਾਇਆ ਸੀ ਕਿ ਜੇ ਸਾਡੇ ਨਾਲ ਕੋਈ ਵਧੀਆ ਕਰ ਸਕਦਾ ਕਰ ਲਏ, ਇਹ ਤੇ SGPC ਦੇਖੇ, ਪਰ ਅਸੀਂ ਇੰਝ ਕਰ ਰਹੇ। ਹੁਣ ਇੱਕ ਉਹ ਵੀ ਮਾਮਲਾ ਸੀ ਕਿ ਜਿੱਥੇ ਸ਼ਾਇਦ
ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਦਾ ਇਹ ਹੋਵੇ ਕਿ ਕੋਈ ਨਹੀਂ, ਜੇ ਕੋਈ ਹੋਰ ਵੀ ਕਰ ਲੈਣ ਤੇ ਕੋਈ ਬਿਲਕੁਲ ਜੀ। ਨਹੀਂ, ਤੇ ਇਹ ਤੇ ਥੋੜਾ ਇਹਨੇ ਮੁਸ਼ਕਲਾਤਾਂ ਤੇ ਪੈਦਾ ਕਰਨੀ। ਇੱਕ ਮਸਲਾ ਹੋਰ ਜਿਹੜਾ ਚਰਚਾ 'ਚ ਹੈ ਕਿ ਜਿਹੜੀ ਬਰਗਾੜੀ ਵਾਲੀ ਸਾਰੀ ਮੰਦਭਾਗੀ ਸਾਰੀ ਐਪੀਸੋਡ ਹੋਏ ਜੀ, ਉੱਥੇ ਬੇਅਦਬੀ ਵੀ ਹੋਈ, ਨੌਜਵਾਨ ਸ਼ਹੀਦ ਵੀ ਹੋਏ, ਉਹ ਸਾਰੇ ਦਾ ਇਹਨਾਂ ਦੀ ਅਕਾਲੀ ਦਲ ਦੀ ਸਰਕਾਰ ਵੇਲੇ ਨਿਬੇੜਾ ਕਿਉਂ ਨਹੀਂ ਹੋਇਆ? ਜੀ। ਔਰ ਉਹਦੀਆਂ ਜਿਹੜੀਆਂ ਭੁੱਲਾਂ ਬਖਸ਼ਾਉਣ ਲਈ ਇੱਕ ਕਈ ਵਾਰ ਕਿਤੇ ਪਰਦੇ ਦੇ ਪਿੱਛੇ ਚਰਚਾ ਹੋ ਰਹੀ ਸੀ। ਜੀ, ਹੁਣ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਸੀ ਵੀ ਇਹ ਤੁਹਾਡੀ ਅਰਦਾਸ ਤੇ ਤਾਂ ਹੀ ਪੂਰੀ ਹੋਊਗੀ ਜੇ ਤੁਸੀਂ ਇਹ ਨਾਂ ਲੈ ਕੇ ਮਾਫੀ ਮੰਗੋਗੇ। ਬਿਲਕੁਲ ਜੀ। ਉਹਨਾਂ ਨੂੰ ਇਹ ਸੀ ਵੀ ਅਸੀਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਜੀ, ਜੀ। ਪਿਤਾ ਜੀ ਦੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਵੀ ਕਿਹਾ ਸੀਗਾ, ਜੇ ਸਾਡੇ ਪਰਿਵਾਰ ਤੋਂ ਜਾਂ ਮੇਰੇ ਤੋਂ ਜਾਂ ਸਾਡੇ ਤੋਂ ਕੋਈ ਗਲਤੀਆਂ ਹੋਣੀਆਂ ਤੇ ਮਾਫ ਕਰਿਓ ਹੱਥ ਜੋੜ ਜੀ। ਕੇ। ਉਦੋਂ ਬਾਅਦ ਵੀ ਇੱਕ ਵਾਰੀ ਪ੍ਰੈਸ ਕਾਨਫਰੰਸ 'ਚ ਕਿਹਾ। ਹੁਣ ਉਹ ਇੱਕ ਲੋਕ ਇਹ ਸਮਝਦੇ ਆ, ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਗੱਲ ਸਮਝਦੇ ਵੀ ਇਹ ਗੋਲ ਮੋਲ ਗੱਲਾਂ, ਜੀ, ਵੀ ਜੇ ਤੁਸੀਂ ਸੱਚੀ ਮੁੱਚੀ ਲੋਕਾਂ 'ਚ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਇਸ ਗੱਲ ਲਈ ਸ਼ਾਂਤ ਕਰਨਾ ਚਾਹੁੰਦੇ ਆ, ਰਾਜਨੀਤਿਕ ਤੌਰ ਤੇ ਇੱਕ ਮਲਮ ਪੱਟੀ ਲਾਉਣੀ ਚਾਹੁੰਦੇ ਆ, ਤਾਂ ਫਿਰ ਤੁਸੀਂ ਸਿੱਧੇ ਤੌਰ ਤੇ ਹਿੰਮਤ ਕਰਕੇ ਪੂਰੀ ਦੀ ਪੂਰੀ ਗੱਲ ਦਾ ਇੱਕ ਆਪਣੇ ਵੱਲੋਂ ਪਛਤਾਪ ਕਰੋ। ਹੁਣ ਇਹ ਗੱਲਾਂ ਕਹਿਣ ਕਹਾਉਣ ਦੀਆਂ ਦੰਦ ਕਥਾ ਹੈਗੀਆਂ। ਮੋਟੇ ਤੌਰ ਤੇ ਗੱਲ ਇਹ ਜ਼ਰੂਰ ਹੈਗੀ ਹੈ ਕਿ ਰਾਘਵ ਚੱਡੇ ਵਾਲੀ ਗੱਲ ਕਾਫੀ ਚੁਭੀ ਸੀ। ਅੱਜ ਵੀ ਟੀਵੀਆਂ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਕਾਫੀ ਕਹਿ ਰਹੇ ਆ ਕਿ ਅਕਾਲ ਤਖਤ ਦਾ ਜਿਹੜਾ ਸਾਡੇ ਸਿੱਖੀ ਦਾ ਜਥੇਦਾਰ, ਪਾਰਟੀ ਕੋਈ ਵੀ ਹੋਵੇ, ਸੋਚ ਕੋਈ ਵੀ ਹੋਵੇ, ਪਰ ਉਸ ਅਹੁਦੇ ਨੂੰ ਤੁਸੀਂ ਥੱਲੇ ਨਹੀਂ ਲਿਆ ਸਕਦੇ, ਕਿਸੇ ਵੀ ਤਰੀਕੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ ਕਿ ਉਹ ਕਿਤੇ ਨਾ ਕਿਤੇ ਅਜੇ ਵੀ ਉਹਨਾਂ ਦੇ ਮਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਹ ਨਿਰਾਸ਼ਾ ਤੇ ਕਿੰਤੂ ਪਰੰਤੂ ਹੈ। ਤੇ ਜਦੋਂ ਵਿਰਸਾ ਸਿੰਘ ਵਲਟੋਹਾ ਬੋਲਦੇ ਦਾ ਮਤਲਬ ਕਿ ਅਕਾਲੀ ਦਲ ਬੋਲਦਾ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਚੇਂਜ ਹੋਈ ਆ। ਪਰ ਮੈਂ ਇੱਕ ਲਾਸਟ ਗੱਲ ਇਹਦੇ ਤੇ ਕਹਿਣੀ ਚਾਹੁੰਦਾ ਗੁਰਦੀਪ, ਇਹ ਐਸਜੀਪੀਸੀ ਦਾ ਮਾਮਲਾ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਐਸਜੀਪੀਸੀ ਤੇ ਕੰਟਰੋਲ ਜਾਂ ਵੋਟਾਂ ਪਾ ਕੇ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਐਸਜੀਪੀਸੀ ਦੇ ਉਹਦੀ ਕਾਰਜਕਾਰਨੀ 'ਚ ਸ਼ਾਮਿਲ ਹੋ ਜਾਂਦੇ ਆ, ਦੇਰ ਤੋਂ ਹੈਗੇ ਆ। ਇਹ ਉਹਨਾਂ ਦਾ ਮਾਮਲਾ ਕਿ ਉਹਨਾਂ ਨੇ ਏ ਨੂੰ ਬਣਾਉਣਾ, ਬੀ ਨੂੰ ਬਣਾਉਣਾ, ਸੀ ਨੂੰ ਥੱਲੇ ਲਾਉਣਾ, ਉਹਨੂੰ ਉੱਥੋਂ ਬਦਲੀ ਕਰਨੀ, ਉਹਨੂੰ ਆਹ ਕਰਨਾ। ਸਾਡਾ ਐਜ਼ ਏ ਆਰਡੀਨਰੀ ਸਿੱਖ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਕੀ ਉਮੀਦਾਂ ਆ ਕਿ ਪਿੰਡਾਂ ਦੇ ਵਿੱਚ ਅਜੇ ਵੀ ਸ਼ਮਸ਼ਾਨ ਘਾਟ ਅਲੱਗ ਹੋਣ, ਬਿਲਕੁਲ, ਅਜੇ ਵੀ ਗੁਰਦੁਆਰੇ ਜਾਤਾਂ ਦੇ ਨਾਂ ਤੇ ਅਲੱਗ ਥਲੱਗ ਹੋਣ, ਅਜੇ ਵੀ ਸਿੱਖਾਂ ਦੇ ਅੰਦਰ ਦਲਿਤਾਂ ਨੂੰ ਜੇ ਵਜ਼ੀਫੇ ਨਾ ਮਿਲਣ ਤੇ ਉਹ ਆਪਣੀ ਪੜ੍ਹਾਈ ਨਹੀਂ ਲੈ ਸਕਦੇ ਜੀ। ਤੇ ਸਿੱਖੀ ਤੇ ਇਸੇ ਗੱਲ ਹੀ ਲਿਆਂਦੀ ਸੀ ਵੀ ਇਸੇ ਕਰਕੇ ਤੇ ਪੰਜ ਪਿਆਰੇ ਉਹਨਾਂ ਨੇ ਜਾਤਾਂ ਪਾਤਾਂ ਭਾਸ਼ਾਵਾਂ ਤੇ ਇਲਾਕਿਆਂ ਤੋਂ ਉੱਪਰ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਅਸੀਂ ਸਮੁੱਚੀ ਮਾਨਵਤਾ ਨੂੰ ਉਜਾਗਰ ਕਰਕੇ ਇਸ ਭਾਰਤ ਦੇ ਸਮਾਜ ਦੇ ਢਾਂਚੇ ਵਿੱਚ ਜਿਹੜਾ ਜਾਤੀਗਤ ਕੋੜ ਤੇ ਕੈਂਸਰ ਲੱਗਾ ਉਹਦੀ ਦਵਾਈ ਹੈ ਜੀ, ਸਿੱਖੀ ਉਹਦੀ ਦਵਾਈ ਹੈ। ਅਸੀਂ ਉਹ ਇਹਨੂੰ ਖਤਮ ਕਰ ਦਿਆਂਗੇ। ਉਹ ਤੇ ਉਸੇ ਤਰ੍ਹਾਂ ਹੀ ਪਨਪ ਰਿਹਾ, ਉਸੇ ਤਰ੍ਹਾਂ ਹੀ ਭਾਰੂ ਹੈ ਗੁਰਦੀਪ ਜੀ। ਹਾਂ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਹਲੇ ਵੀ ਜਿਹੜਾ ਜਾਤ ਪਾਤ ਆਧਾਰਿਤ ਸ਼ਮਸ਼ਾਨ ਘਾਟ ਲੱਗ ਰਹੇ, ਗੁਰਦੁਆਰਾ ਸਾਹਿਬ ਵੀ ਲੱਗ ਰਹੇ, ਕੀ ਕਦੇ ਇੱਦਾਂ ਐਸਜੀਪੀਸੀ ਵੱਲੋਂ ਕਦਮ ਚੁੱਕੇ ਗਏ ਨੇ ਕਿ ਕੋਈ ਇੱਦਾਂ ਦਾ ਨੋਟੀਫਿਕੇਸ਼ਨ ਦਿੱਤਾ ਹੋਵੇ, ਆਦੇਸ਼ ਦਿੱਤੇ ਹੋਣ, ਜਾਰੀ ਹੋਏ ਹੋਣ? ਬਿਲਕੁਲ ਗੁਰਦੀਪ ਹੋਇਆ ਵਾ, ਪਰ ਨਾ ਉਹ ਬੜੇ ਹਾਫ ਹਾਰਟਡ ਆ ਭਈ ਹਾਂ ਜੀ ਇੰਜ ਹੋਣਾ ਚਾਹੀਦਾ ਜੀ। ਚਾਰ ਪਿੰਡਾਂ ਦਾ ਗੇੜਾ ਕੱਢ ਆਏ, ਥੋੜਾ ਬਹੁਤ ਲਿਟਰੇਚਰ ਕਰ ਲਿਆ, ਥੋੜਾ ਚਾਰ ਪਿੰਡਾਂ ਦਾ ਗੇੜਾ ਕੱਢ ਲਿਆ, ਹੈ ਨਾ। ਉਹਦੇ ਨਾਲ ਲਿਟਰੇਚਰ ਜਾਂ ਪਰਚੇ ਵੰਡਣ ਨਾਲ ਥੋੜੀ ਹੋਊਗਾ ਜੀ। ਇਹਨਾਂ ਗੱਲਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੁੰਦੀਆਂ ਆ ਜੀ। ਇਸ ਕਰਕੇ ਐਡਾ ਸੌਖਾ ਨਹੀਂ ਹੈਗਾ। ਇਸ ਨੂੰ ਜੇ ਖਤਮ ਕਰਨਾ ਸੱਚੀ ਮੁੱਚੀ ਤਾਂ ਉਹਦੇ ਲਈ ਵੱਡਾ, ਜੇ ਮੈਂ ਮੁਸਲਿਮ ਵਰਡ ਵਰਤਾਂ ਤੇ ਜਿਹਾਦ ਜੀ, ਜੇ ਮੈਂ ਕਹਾਂ ਕਿ ਵੱਡਾ ਉਪਰਾਲਾ ਕਰਨਾ ਪਊ, ਵੱਡੀਆਂ ਮੂਵਮੈਂਟਾਂ ਲੜਨੀਆਂ ਪੈਣਗੀਆਂ ਤਾਂ ਕਿ ਸੱਚੀ ਮੁੱਚੀ ਉਹ ਲੋਕ ਜਿਹੜੇ ਦੱਬੇ ਆ, ਦਬਾਏ ਹੋਏ ਆ, ਉਹ ਮਹਿਸੂਸ ਕਰਨ ਕਿ ਅਸੀਂ ਇੱਕ ਅਦਬ ਦਾ ਜੀਵਨ, ਇੱਜ਼ਤ ਮਾਣ ਦਾ ਜੀਵਨ, ਆਪ ਕਮਾ ਕੇ ਆਪ ਖਾਣ ਦਾ ਜੀਵਨ ਤੇ ਆਪਣੀ ਕਮਾਈ 'ਚ ਦਸਵੰਧ ਕੱਢ ਕੇ ਸਮਾਜ ਦੀ ਸੇਵਾ ਕਰਨ ਦਾ ਜੀਵਨ ਜੀ ਸਕਦੇ ਆ। ਇਹ ਉਪਰਾਲੇ ਜਦ ਤੱਕ ਹੋਣਗੇ ਨਹੀਂ, ਗੱਲਾਂ ਕਰਨਾ ਥੋੜੀ ਹੋ ਜਾਣਗੇ। ਇਹ ਜੀ ਮਾੜਾ ਆ ਜੀ ਗੁਰਦੁਆਰੇ ਇਕੱਠੇ ਕਰ, ਇਹ ਕਿਉਂ ਕਰ ਲੈਣਗੇ ਵੀ ਉਹਨਾਂ ਦਾ ਇੱਕ ਆਪਣਾ ਕਿਲਾ ਆ, ਤੁਹਾਡਾ ਇੱਕ ਆਪਣਾ ਕਿਲਾ ਆ, ਇਸ ਲਈ ਉਹ ਨਹੀਂ ਹੋਣਗੇ। ਨਾ ਸ਼ਮਸ਼ਾਨ ਘਾਟ ਇਕੱਠੇ ਹੋਣਗੇ। ਤੁਸੀਂ ਸੱਚੀ ਮੁੱਚੀ ਉਹਨਾਂ ਦੇ ਜੀਵਨ ਵਿੱਚ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਬੌਧਿਕ ਤੌਰ ਤੇ, ਕਾਨੂੰਨਨ ਤੌਰ ਤੇ ਇਹ ਸਾਰੀਆਂ ਤਬਦੀਲੀਆਂ ਨਹੀਂ ਜੇ ਲੈ ਕੇ ਆਓਗੇ, ਇਹ ਬੜਾ ਵੱਡਾ ਕਾਰਜ ਆ, ਇਹਦੇ ਲਈ ਸੈਂਕੜੇ ਸਾਲ ਚਾਹੀਦੇ ਆ।
ਪਰ ਸ਼ੁਰੂ ਕੌਣ ਕਰੂਗਾ? ਸ਼ੁਰੂ ਕਰੂਗਾ ਅਕਾਲ ਤਖਤ ਦਾ ਜਥੇਦਾਰ SGPC, ਬਿਲਕੁਲ। ਜੋ ਗੁਰੂ ਸਾਹਿਬਾਨ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖ ਕੇ ਔਰ ਉਹਦੇ 'ਚ ਸਾਨੂੰ ਇੱਕ ਬਿਲਕੁਲ ਕਲੀਅਰ ਕੱਟ ਰਸਤਾ ਦੇ ਕੇ ਗਏ ਆ। ਜੇ ਉਹਦੇ ਤੇ ਚੱਲਣ ਲਈ ਕਮਾਂਡ ਕਿਹਨੇ ਲੈਣੀ ਆ? ਇਹਨਾਂ ਨੇ ਲੈਣੀ ਆ। ਬਿਲਕੁਲ ਜੀ। ਤੇ ਉਹ ਕਮਾਂਡ ਲੈ ਨਹੀਂ ਰਹੇ। ਇਸ ਲਈ ਸਾਡਾ ਕੰਸਰਨ ਤੇ ਤੁਹਾਡਾ ਕੰਸਰਨ ਤੇ ਗੁਰਦੀਪ ਇਸੇ ਗੱਲ ਦਾ, ਉਹ ਰਘਬੀਰ ਸਿੰਘ ਜਿਹੜੇ ਅੱਜ ਬਣਾਏ ਆ ਦਮਦਮਾ ਸਾਹਿਬ ਵਾਲੇ ਜਥੇਦਾਰ, ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਫੁੱਲ ਫਲੈਜਡ ਬਣਾ ਦਿੱਤਾ ਗਿਆ। ਉਹਨਾਂ ਨੂੰ ਇਸ ਗੱਲ ਦੀ ਵਧਾਈ ਤੇ ਨਾਲ ਹੀ ਸਾਡੀ ਵੱਲੋਂ ਇਹ ਨਿਮਰਤਾ ਸਹਿਤ ਸਾਡੀ ਬੇਨਤੀ ਸੁਣ ਲੈਣ ਕਿ ਉਹਨਾਂ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਯੁੱਧ ਦੀਆਂ ਉਹ ਬਹੁਤ ਵੱਡੀਆਂ, ਉਹ ਇੱਕ ਜੁਝਾਰੂ ਤੇ ਸੂਝਵਾਨ ਤੇ ਵਿਜ਼ਨਰੀ ਕਮਾਂਡਰ ਦੇ ਰੂਪ ਦੇ ਵਿੱਚ ਇੱਥੇ ਵਿਚਰਨ, ਤਾਂ ਹੀ ਅਸੀਂ ਕੁਝ ਉਹਨਾਂ ਸੈਕਸ਼ਨਾਂ ਨੂੰ, ਉਹਨਾਂ ਦੇ ਸਮਾਜ ਦੇ ਹਿੱਸਿਆਂ ਨੂੰ ਰਾਹਤ ਪਹੁੰਚਾ ਸਕਾਂਗੇ ਜਿੱਥੇ ਅਸਲ ਮਾਨਿਆਂ ਦੇ ਵਿੱਚ ਲੋੜ ਹੈ ਤੇ ਜਿਸ ਲਈ ਸਿੱਖੀ ਹੋਂਦ ਵਿੱਚ ਆਈ। ਜੀ ਪ੍ਰੋਫੈਸਰ ਸਾਹਿਬ, ਇਸ ਤੋਂ ਇਲਾਵਾ ਆਪਾਂ ਦੇਖੀਏ ਪੰਜਾਬ ਦੇ ਵਿੱਚ ਇੱਕ ਅੱਜ ਕੱਲ੍ਹ ਖਬਰ ਆ ਰਹੀ ਹੈ ਕਿ ਜਿਹੜੇ ਇਹਨਾਂ ਦੇ ਮੰਤਰੀ ਸੀ ਮਾਣੂਕੇ, ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਾਣੂਕੇ ਮੈਮ ਨੇ, ਤੇ ਉਹਨਾਂ ਨੇ ਕਿਸੇ ਦੀ ਜਿਹੜੀ ਆ ਨਜਾਇਜ਼ ਕਬਜ਼ਾ ਕੀਤਾ ਹੋਇਆ ਕੋਠੀ ਤੇ, ਉਹ ਮਾਮਲਾ ਕੀ ਸੀ ਪ੍ਰੋਫੈਸਰ? ਗੁਰਦੀਪ, ਤੁਸੀਂ ਵੀ ਜਾਣਦੇ ਆ ਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰ ਖਾਸ ਕਰਕੇ ਕੇਜਰੀਵਾਲ, ਸਿਸੋਦੀਆ, ਇਹ ਸਾਰਿਆਂ ਦਾ ਇੱਕ ਤਕੀਆ ਕਲਾਮ ਆ। ਉਹ ਕੀ ਹੈ ਕਿ ਅਸੀਂ ਕੱਟੜ ਇਮਾਨਦਾਰ, ਜਾਨੀ ਸਰਟੀਫਿਕੇਟ ਆਪ ਹੀ ਲਿਖਣਾ ਤੇ ਆਪ ਹੀ ਦਸਤਖਤ ਕਰ ਦੇਣੇ। ਇਹ ਨਹੀਂ ਕਿ ਗੁਰਦੀਪ ਕੇਜਰੀਵਾਲ ਨੂੰ ਸਰਟੀਫਿਕੇਟ ਦੇ ਰਿਹਾ ਜਾਂ ਦਿੱਲੀ ਦੀ ਜਨਤਾ ਦੇ ਰਹੀ ਹੈ ਜਾਂ ਰਾਸ਼ਟਰਪਤੀ ਦੇ ਰਿਹਾ ਨਾ, ਆਪ ਹੀ ਸਰਟੀਫਿਕੇਟ ਪ੍ਰਿੰਟ ਕਰਨਾ, ਆਪ ਹੀ ਉਹਨੂੰ ਭਰ ਲੈਣਾ, ਆਪਣਾ ਨਾਂ ਭਰ ਲੈਣਾ, ਥੱਲੇ ਆਪ ਹੀ ਦਸਤਖਤ ਕਰਕੇ ਫਿਰ ਲੋਕਾਂ 'ਚ ਰੌਲਾ ਪਾਉਣ ਲੱਗ ਜਾਣਾ। ਅਸੀਂ ਆ ਕੱਟੜ ਇਮਾਨਦਾਰ, ਅਸੀਂ ਆ ਕੱਟੜ ਦੇਸ਼ ਭਗਤ। ਦੋ ਤੇ ਕੱਟੜ ਇਮਾਨਦਾਰ ਜੇਲ੍ਹ 'ਚ ਬੈਠੇ ਆ, ਇੱਕ ਨੂੰ ਤਾਂ ਛੁੱਟੀ ਮਿਲੀ ਹੈ ਸਿਹਤ ਕਰਕੇ, ਜਿਹੜਾ ਜੇਲ੍ਹ ਮੰਤਰੀ ਸੀਗਾ ਜੇਲ੍ਹ 'ਚ ਚਲਾ ਗਿਆ। ਸਿਸੋਦੀਆ ਸਿੱਖਿਆ ਮੰਤਰੀ ਸੀ, ਉਹ ਵੀ ਜੇਲ੍ਹ 'ਚ ਆ ਨਹੀਂ ਰਿਹਾ, ਕੋਰਟਾਂ ਛੱਡ ਨਹੀਂ ਰਹੀਆਂ। ਹੋ ਸਕਦਾ ਪੋਲਿਟਿਕਸ ਵੀ ਉਹਦੇ 'ਚ ਹੋਊਗੀ ਕਿਸੇ ਪੱਧਰ ਦੀ, ਮੈਂ ਨਹੀਂ ਕਹਿੰਦਾ ਕਿਤੇ ਉਹ ਜਿਹੜੇ ਉਹਨਾਂ ਦੇ ਵੀ ਕੀ ਕਹਿੰਦੇ ਆ ਵਿਰੋਧੀ ਹੈਗੇ ਆ ਆਮ ਦੇ BJP ਦੇ, ਉਹ ਕਿਤੇ ਘੱਟ ਥੋੜ੍ਹੀ ਆ। ਈਡੀ ਉਹਨਾਂ ਨੇ ਐਨ ਚੰਡੀ ਹੋਈ ਆ ਉਹਦੇ, ਐਵੇਂ ਜਿਸ ਤਰ੍ਹਾਂ ਕਿਸੇ ਵੁਲਫ ਨਹੀਂ ਹੁੰਦੇ, ਭੇੜੀਏ ਸੰਗਲੀ ਪਾ ਕੇ ਰੱਖੇ ਹੋਣ ਕਿ ਵੀ ਕਿਹਦੇ ਇਹਦੇ ਤੇ ਛੱਡੀਏ ਕਿ ਉਹਦੇ ਤੇ ਛੱਡੀਏ, ਕਿ ਡਰਦੇ ਆ ਲੋਕ, ਬਹੁਤ ਡਰਦੇ ਆ। ਇਹ ਗੱਲਾਂ ਹੋ ਸਕਦੀਆਂ, ਪਰ ਉਹਦੇ ਬਾਵਜੂਦ ਇਹ ਕੱਟੜ ਇਮਾਨਦਾਰਾਂ ਦੀ ਇਹ ਆ ਕਿ ਉੱਥੇ ਆਬਕਾਰੀ ਨੀਤੀ ਤੇ ਇਹਨਾਂ ਨੇ ਨਜਾਇਜ਼ ਪੈਸੇ ਬਣਾਏ, ਉਹਦੇ ਤੇ ਹੈ। ਇੱਥੇ ਵੀ ਉਹੀ, ਹੁਣ ਜਦੋਂ ਕੱਟੜ ਇਮਾਨਦਾਰ ਇਹਨਾਂ ਦੇ MLA ਆ, ਸਾਰਿਆਂ ਦੀਆਂ ਕੱਲਿਆਂ ਦੀਆਂ ਉਸ ਕੱਟੜਤਾ ਨੂੰ ਨਾਪ ਕੇ ਕਿ ਕਿਹਦਾ ਟੈਂਪਰੇਚਰ ਇਮਾਨਦਾਰੀ ਦੀ ਕੱਟੜਤਾ 'ਚ ਕਿੰਨਾ ਆ, ਤੇ ਫਿਰ ਟਿਕਟਾਂ ਦਿੱਤੀਆਂ, ਇਹ ਇਹਨਾਂ ਦੇ ਕਲੇਮ ਹੈਗੇ ਆ। ਉਹਦੇ 'ਚ ਸਰਬਜੀਤ ਕੌਰ ਮਾਣੂਕੇ ਵੀ ਹੈਗੇ। ਹੁਣ ਸਰਬਜੀਤ ਮਾਣੂਕੇ ਦੀ ਤੁਸੀਂ ਉਹਦੀ ਜੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਸੁਣੀ ਹੋਵੇ, ਉਹਦੇ 'ਚ ਉਹ ਕਹਿੰਦੀ ਆ ਵੀ ਦੇਖੋ ਮੇਰਾ ਕਸੂਰ ਕੀ ਆ, ਮੇਰੇ ਕੋਲ ਕੋਈ ਘਰ ਨਹੀਂ ਹੈਗਾ, ਮੈਂ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਤੇ ਰਹਿ ਰਹੀ ਹਾਂ, ਹੁਣ ਵੀ ਕਿਰਾਏ ਦੇ ਘਰ ਤੋਂ ਹੀ ਇੱਥੇ ਆਈ ਹਾਂ। ਇਹ ਕੋਈ ਕਰਮ ਸਿੰਘ ਨਾਂ ਦਾ ਬੰਦਾ ਹੈ, ਜਿਹਨੇ ਉਹ NRI ਬੀਬੀ ਦਾ ਜਿਹੜੀ 2020 ਤੋਂ ਬਾਅਦ ਇੱਥੇ ਆਈ ਨਹੀਂ ਆਪਣੇ ਘਰ 'ਚ, ਜਿੰਦਰਾ ਤੋੜ ਕੇ ਆਪਣੇ ਆਪ ਨੂੰ ਮਾਲਕ ਦੱਸ ਕੇ ਇਹਨੂੰ ਇਕਰਾਰਨਾਮਾ ਕਿਰਾਏ ਦਾ ਲਿਖ ਕੇ ਦੇਤਾ। ਉਹ ਵੈਸੇ ਤੇ ਉਹ ਜਾਲੀ ਆ ਇਕਰਾਰਨਾਮਾ, ਬਿਲਕੁਲ ਜੀ, ਉਂਝ ਨੋਟਰਾਈਜ਼ਡ ਆ, ਜਾਲੀ ਇਸ ਕਰਕੇ ਕੋਈ ਉਹਦੇ 'ਚ ਇਹ ਨਹੀਂ ਪਾਇਆ ਕਿ ਕਿੰਨੇ ਚਿਰ ਲਈ ਕਿੰਨਾ ਚਿਰ ਹੋਊਗਾ, ਨਹੀਂ ਤੇ 11 ਮਹੀਨੇ ਲਈ ਹੁੰਦਾ ਜੀ। ਸਭ ਤੋਂ ਪਹਿਲੀ ਤਾਂ ਇਹੀ ਗੱਲ ਹੈ, ਜੇ 12 ਮਹੀਨੇ ਹੋ ਜੂ ਫਿਰ ਪੱਕਾ ਹੋ ਜੂ, ਟੈਨੈਂਟ ਐਕਟ ਪਾ ਲੱਗ ਜੂਗਾ, ਫਿਰ ਤੁਸੀਂ ਕੱਢ ਨਹੀਂ ਸਕਦੇ। ਤੇ ਉਹ ਗਿਆ, ਉਹ ਕੋਈ ਮਹੀਨੇ ਮੁੰਨੇ ਨਹੀਂ ਪਾਏ। ਇਹਦਾ ਮਤਲਬ ਕਿਤੇ ਨਾ ਕਿਤੇ 2 ਨੰਬਰੀ ਕੰਮ ਹੈਗਾ। ਹੁਣ ਜਦੋਂ ਇਹ ਹੋ ਗਿਆ ਤੇ ਉਹ ਪਤਾ ਇਹ ਲੱਗਾ ਕਿ ਕਰਮ ਸਿੰਘ ਉਹਦਾ ਆਪਣਾ ਹੀ ਬੰਦਾ, ਉਹਦੀ ਹੀ ਟੀਮ ਦਾ ਬੰਦਾ, ਜਾਂ ਉਹਦਾ ਹੀ ਕਹਿ ਲਓ ਕਿ ਸਹਾਨਭੂਤੀ ਵਾਲਾ, ਛਤਰ ਛਾਇਆ ਵਾਲਾ ਬੰਦਾ। ਸਾਰੇ ਐਕਟਰ ਵੀ ਇਹਨਾਂ ਦੇ ਨੇ ਜਾਣੀ ਕਿ। ਚਲੋ ਮਤਲਬ ਜੇ ਇਹ ਹੋ ਗਿਆ, ਹੁਣ ਸਾਰੀ ਦਿੱਕਤ ਕੀ ਕਿ ਹਾਲ ਦਵਾਈ ਮਚਾਈ ਇਹ ਉਹ ਜਿਹੜੇ NRI ਸੱਸ ਨੂੰ ਨੂੰ ਸੱਸ ਕਹਿ ਲਓ, ਉਹਨਾਂ ਨੇ ਆ ਕੇ ਮੀਡੀਆ ਦੇ ਵਿੱਚ ਬੜੀਆਂ ਦਬੰਗ ਚੰਗੀ ਮੈਨੂੰ ਚੰਗਾ ਲੱਗਾ ਕਿ ਬੀਬੀਆਂ ਬਾਹਰੋਂ ਆਈਆਂ, ਸਾਰਿਆਂ ਇੰਨਾ ਕਿਤੇ ਸਿੱਖ ਕੇ ਆਈਆਂ ਨਾ ਕਿ ਲੜਾਈ ਲੜੀ ਦੀ ਆ ਮੈਦਾਨ 'ਚ ਉਤਰ ਕੇ। ਉਹਦੇ ਪਿੱਛੇ ਮੇਰਾ ਖਿਆਲ ਥਾਪੜਾ ਕਿਤੇ ਸੁਖਪਾਲ ਖਹਿਰਾ ਦਾ ਵੀ ਹੈ, ਕੋਈ ਨਾ ਕੋਈ ਪੋਲੀਟੀਕਲ ਬੈਕਗਰਾਉਂਡ ਹੁੰਦੀ ਹੈ ਨਾ। ਹੁਣ ਉਹ ਮਾਣੂਕੇ ਤੇ ਐਡੀ ਕਾਰਨਰ ਹੋਈ, ਉਹਨੇ ਵਿਚਾਰੀ ਨੇ ਕਾਫੀ ਪੈਸਾ ਵੀ ਖਰਚਿਆ ਸੀ, ਉਹ ਤੇ ਸਮਾਨ ਚੁੱਕ ਕੇ ਭੱਜ ਲਈ, ਉਹ ਕਿਤੇ ਹੋਰ ਚਲੇ ਗਈ ਆਪਣਾ। ਪਰ ਜਾਣ ਲੱਗੀ ਚਾਬੀ ਫੜਾ ਗਈ ਕਰਮ ਸਿੰਘ ਨੂੰ, ਜਿਹੜੀ ਕਾਗਜ਼ ਲਈ ਫਿਰਦੀ ਬੀਬੀ ਕੈਨੇਡਾ ਤੋਂ ਆਈ ਹੋਈ, ਉਹਨੂੰ ਚਾਬੀ ਫੜਾਈ ਨਹੀਂ। ਵੀ ਜੇ ਤੁਸੀਂ ਕੱਟੜ ਇਮਾਨਦਾਰ ਆ ਤੇ ਚਾਬੀ ਉਹਨੂੰ ਫੜਾ ਕੇ ਜਾਓ ਤੇ ਉਹਨੂੰ ਜੇਲ੍ਹ ਕਰਾ ਕੇ ਜਾ, ਉਹਨੂੰ ਚਾਬੀ ਫੜਾ ਗਈ ਹੈ। ਜਿਹੜੇ ਬੰਦੇ ਨੇ 2 ਨੰਬਰੀ ਕੰਮ ਕੀਤਾ, ਇਹਨਾਂ ਦਾ ਜਿੰਦਰਾ ਤੋੜਿਆ।
ਤੇ ਕੱਲ ਆਪਣੀ ਤੇ ਸਫਾਈ ਦੇ ਕੇ ਚਲੇ ਗਈ ਮਾਣੂਕੇ ਪ੍ਰੈਸ ਕਾਨਫਰੰਸ ਚ, ਨਾਲ ਹੀ ਵੱਡਾ ਹਮਲਾ ਕਰਤਾ ਸੁਖਪਾਲ ਸਿੰਘ ਖਹਿਰਾ ਤੇ ਜੀ। ਇਹਨੇ 51 ਏਕੜ ਜ਼ਮੀਨ ਕਿਵੇਂ ਬਣਾਈ ਹੋਈ ਆ, 17 ਏਕੜ ਤੋਂ ਵੱਧ ਨਹੀਂ ਰੱਖ ਸਕਦੀ, ਪਿੰਡ ਦੇ ਵਿੱਚ ਇੱਕ ਰਾਕ ਨਕਸ਼ੇ ਦੇ ਵਿੱਚ ਹੈਗਾ, ਇਹਨਾਂ ਨੇ ਰਾਹ ਹੀ ਪੂਰ ਕੇ ਕੋਠੀਆਂ ਬਣਾ ਲੀਆਂ, ਫਲਾਨਾ ਟਮਕਾਣਾ। ਲਓ ਜੀ, ਪੂਰੀ ਵਿਛਾੜ ਕਰਤੀ ਬਹਿਨ, ਬਰਸਟ ਮਾਰਿਆ ਉਹਨੇ। ਮੈਨੂੰ ਉਹਦਾ ਵੀ ਚੰਗਾ ਲੱਗਾ ਕਿ ਮਾਣੂਕੇ ਇੱਕ ਲੇਡੀ ਹੁੰਦੀ ਹੋਈ ਸਰਬਜੀਤ ਕੌਰ ਐਨ ਧੜੱਲੇ ਨਾਲ ਬੋਲੀ ਸੁਖਪਾਲ ਸਿੰਘ ਖਹਿਰੇ ਦੇ ਵਿਰੁੱਧ ਕਿ ਤੂੰ ਮੈਦਾਨ 'ਚ ਆ ਦੇਖ, ਇਸ ਤਰੀਕੇ ਨਾਲ ਹੀ ਕਿ ਤੂੰ ਵੱਡਾ ਇਮਾਨਦਾਰ ਲੱਗਦਾ, ਸਾਨੂੰ ਕਹਿੰਦਾ ਕਿ ਅਸੀਂ ਲੋਕਾਂ ਦੀਆਂ ਕੋਠੀਆਂ ਤੇ ਕਬਜ਼ਾ ਕਰ ਰਹੇ ਹਾਂ, ਤੂੰ ਦੱਸ ਕਿ ਕੀ ਆ। ਲਓ ਜੀ, ਉਹਨੇ ਫਿਰ ਆਪਣਾ ਪੋਤੜੇ ਫੋਲਤੇ। ਉਹ ਕਹਿੰਦਾ ਜੀ ਫਲਾਨੀ ਜਗ੍ਹਾ ਤੇ ਪਹਿਲਾਂ ਤੇ ਇਹਨਾਂ ਦੇ ਸਰਟੀਫਿਕੇਟ, ਇਹਦੇ ਤੇ ਇਹਦੇ ਹਸਬੈਂਡ ਦੇ ਜਿਹੜੇ MA ਦੇ ਸਰਟੀਫਿਕੇਟ ਉਹ ਚੈੱਕ ਕਰੋ, ਸਾਨੂੰ ਤੇ ਇਹ ਜਾਲੀ ਲੱਗਦੇ ਆ। ਫਿਰ ਇਹਨਾਂ ਨੇ ਕੋਈ ਕੋਰਸ ਚਾਲੂ ਕੀਤਾ ਸੀਗਾ ਪਹਿਲਾਂ ਪੋਲਿਟਿਕਸ ਚੋਣ ਤੋਂ ਪਹਿਲਾਂ, ਉਹ 2-2 ਲੱਖ ਦੀਆਂ ਡਿਗਰੀਆਂ ਵੇਚੀਆਂ ਹੋਈਆਂ। ਇਹ ਕਹਿੰਦੀ ਜੀ ਕਿ ਮੇਰੇ ਕੋਲ ਘਰ ਨਹੀਂ, ਉਹਨਾਂ ਨੇ ਘਰ ਦੇ ਨੰਬਰ ਵੀ ਦੱਸੇ ਤੇ ਉਹ ਘਰ ਵੀ ਰਿਫਿਊਜੀਆਂ ਲਈ ਬਣੇ ਹੋਏ ਸੀ, ਉਹਨਾਂ ਨੂੰ ਫਿਰ ਗਾਂ ਅਪਡੇਟ ਕਰਤਾ ਹੋਊਗਾ, ਘਰਾਂ ਨੂੰ ਰੈਨੋਵੇਟ ਕਰਤਾ ਹੋਊ। ਉਹ 2 ਘਰਾਂ ਦੇ ਨੰਬਰ ਵੀ ਦੱਸੇ ਵੀ ਆਹ ਘਰ ਕਿਹਦਾ ਹੈ, ਦੱਸੇ ਸਾਨੂੰ ਮਾਣੂਕੇ ਵੀ ਇਹ ਤਾਂ ਦੋਵੇਂ ਘਰ ਇਹ ਮਾਲਕ ਹੈਗੇ ਆ। ਇੱਥੇ ਤਾਂ ਸਾਡੇ ਦੇਸ਼ ਦੀ ਤਾਂ ਰਾਜਨੀਤੀ ਇਹੀ ਆ, ਹਰ ਕੋਈ ਇਮਾਨਦਾਰ ਆ ਤੇ ਹਰ ਕੋਈ ਚੋਰ ਆ। ਇੱਥੇ ਕਿਹਨੂੰ ਚੰਗਾ ਕਹੋਗੇ ਕਿਹਨੂੰ ਮਾੜਾ ਕਹੋਗੇ, ਤੇ ਮੇਰਾ ਖਿਆਲ ਰੱਬ ਵੀ ਕਨਫਿਊਜ਼ ਹੋ ਜਾਊਗਾ ਗੁਰਦੀਪ। ਪਰ ਅੱਜ ਦੀ ਤਰੀਕ 'ਚ ਇਹੀ ਹੈ ਕਿ ਜਿਹਦੇ ਨਾਲ ਧੱਕਾ ਹੋਇਆ ਉਹ ਤੇ ਬਾਹਰ ਆ, ਉਹ ਤੇ ਵਿਚਾਰੀ ਸੜਕਾਂ ਤੇ ਫਿਰਦੀ ਆ ਤੇ ਦੂਜੇ ਡਾਂਗ ਸੋਟਾ ਚਲਾਈ ਜਾਂਦੇ ਆ, ਰਾਜਨੀਤੀ ਕਰੀ ਜਾਂਦੇ ਆ। ਮੈਂ ਤੈਨੂੰ ਨਿੱਕੀ ਹਾਸੇ ਵਾਲੀ ਗੱਲ ਦੱਸ ਕੇ ਆਪਾਂ ਫਿਰ ਗੱਲ ਅੱਗੇ ਤੋਰਾਂਗੇ। ਉਹ ਗੱਲ ਇਹ ਹੈ ਕਿ ਚੋਰ ਫੜਿਆ ਗਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੋਸਟਲ ਚੋਂ ਜੀ, ਤੇ ਨਿਆਣੇ ਉੱਥੇ ਇਹਨਾਂ ਵਾਂਗੂ ਜਿਵੇਂ ਇਹ ਰਾਜਨੀਤੀ ਕਰਦੇ, ਉਹ ਰਾਜਨੀਤਿਕ ਤੌਰ ਤੇ ਬੜੇ ਹਾਈ ਵੋਲਟੇਜ ਚੱਲਦੇ ਆ, ਚਾਰਜਡ ਮਾਈਂਡ ਉਹਨਾਂ ਦੇ। ਉਹ ਕਹਿੰਦੇ ਜੀ ਇਸ ਗੱਲ ਦਾ ਫੈਸਲਾ ਕਰੋ ਚੋਰ ਜੀ ਨੂੰ ਸਜ਼ਾ ਦੇਣ ਤੋਂ ਪਹਿਲਾਂ ਕਿ ਇਹ ਚੋਰ ਆਪਣੇ ਕਰਮ ਦਾ ਆਪ ਜ਼ਿੰਮੇਵਾਰ ਹੈ ਚੋਰੀ ਕਰਨ ਦਾ, ਜਾਂ ਇਹਦੇ ਹਾਲਾਤਾਂ ਨੇ ਇਹਦੇ ਕੋਲ ਚੋਰੀ ਕਰਾਈ ਹੈ। ਲਓ ਜੀ, ਬਹਿਸ ਛਿੜ ਪਈ ਵੀ ਸਿਸਟਮ ਜ਼ਿੰਮੇਵਾਰ ਹੈ ਜਾਂ ਇੰਡੀਵਿਜੂਅਲ ਜ਼ਿੰਮੇਵਾਰ ਹੈ। ਸਾਰੇ ਬੰਦੇ 50-60 ਇਕੱਠੇ ਹੋ ਗਏ, ਕੁੜੀਆਂ ਮੁੰਡੇ, ਵਿਚਾਲੇ ਚੋਰ ਜੀ ਬੈਠਾ, ਬਹਿਸ ਚੱਲ ਰਹੀ ਆ। ਚੋਰ ਨੇ ਵੇਖਿਆ ਕਿ ਯਾਰ ਇਹਦੇ ਨਾਲੋਂ ਤੇ ਬੇਵਕੂਫ ਕੋਈ ਬੰਦੇ ਨਹੀਂ ਦੇਖੇ, ਉਹਨੇ ਮੌਕਾ ਜਿਹਾ ਦੇਖਿਆ, ਜਦੋਂ ਉਹਨਾਂ ਦੀ ਬਹਿਸ ਜ਼ਿਆਦਾ ਚੱਲੀ ਲੱਤਾਂ ਥਾਣੀ ਨਿਕਲ ਕੇ ਭੱਜ ਗਿਆ। ਉਹੀ ਹਾਲ ਤੇ ਇੱਥੇ ਹੈਗੀ ਹੈ ਕਿ ਉਹ ਚੋਰ ਤੇ ਆਪਣਾ ਲੱਤਾਂ ਥਾਣੀ ਨਿਕਲ ਕੇ ਭੱਜ ਰਿਹਾ ਆ, ਉਹਨੂੰ ਤੇ ਕੋਈ ਫੜ ਨਹੀਂ ਰਿਹਾ, ਤੇ ਜਿਹੜੇ ਵਿਚਾਰੇ ਅਸਲੀ ਵਿਕਟਮ ਹੈਗੇ ਆ ਉਹਨਾਂ ਦੀ ਚਾਬੀ ਦੇਣ ਦੀ ਕੋਈ ਗੱਲ ਨਹੀਂ ਕਰ ਰਿਹਾ। ਇਸ ਲਈ ਗੁਰਦੀਪ, ਸਾਡੇ ਤੇ ਰਾਜਨੀਤੀ ਦੇ ਰੰਗ ਰੂਪ, ਇੱਥੇ ਦੇ ਸਿਸਟਮ ਦੇ ਰੰਗ ਰੂਪ ਵਿਦੇਸ਼ੀਆਂ ਨੂੰ ਸ਼ਾਇਦ ਲੱਗਦਾ ਹੋਊਗਾ ਕਿ ਯਾਰ ਇਹੋ ਜਿਹੇ ਲੋਕ ਵੀ ਹੁੰਦੇ ਆ, ਪਰ ਇਹ ਲੋਕ ਸਾਡੇ ਇੱਥੇ ਹੈਗੇ, ਜੇ ਨਹੀਂ ਦੇਖਣੇ ਤੇ ਆਜੋ ਦਰਸ਼ਨ ਕਰਾ ਲਏ। ਪ੍ਰੋਫੈਸਰ ਸਾਹਿਬ, ਇਹ ਸਨ ਪੰਜਾਬ ਦੇ ਹਾਲਾਤ। ਅਗਰ ਦੂਜੇ ਪਾਸੇ ਦੇਖੀਏ ਅਸੀਂ ਤੇ ਅੱਜ ਦੇ ਅਖਬਾਰਾਂ 'ਚ ਇੱਕ ਖਬਰ ਆ ਰਹੀ ਹੈ ਕਿ ਕਰਨਾਟਕਾ ਦੀ ਜਿਹੜੀ ਨਵੀਂ ਸਰਕਾਰ ਬਣੀ ਆ ਕਾਂਗਰਸ ਦੀ, ਉਹਨਾਂ ਨੇ ਭਾਜਪਾ ਸਰਕਾਰ ਵੱਲੋਂ ਜਿਹੜਾ ਬਿੱਲ ਲੈ ਕੇ ਆਂਦਾ ਸੀ, ਜਿਹੜਾ ਕਨਵਰਜਨ ਵਾਲਾ ਬਿੱਲ ਸੀ, ਕਿ ਉਹ ਬਿੱਲ ਦੇ ਉੱਤੇ ਉਹਨੂੰ ਰੋਕਣ ਦੇ ਲਈ, ਉਹ ਬਿੱਲ ਨੂੰ ਰੱਦ ਕਰਨ ਦੇ ਲਈ ਦੁਬਾਰਾ ਇੱਕ ਮਤਾ ਪਾਸ ਕਰਨਗੇ, ਦੁਬਾਰਾ ਇੱਕ ਨਵਾਂ ਬਿੱਲ ਲੈ ਕੇ ਆਉਣਗੇ। ਉਹ ਕੀ ਆ ਪ੍ਰੋਫੈਸਰ ਸਾਹਿਬ, ਉਹਦਾ ਮਾਮਲਾ ਕੀ ਆ? ਦੇਖੋ, 3 ਜੁਲਾਈ ਨੂੰ ਗੁਰਦੀਪ ਉੱਥੇ ਉਹਨਾਂ ਦੀ ਸ਼ੁਰੂ ਹੋਣਾ ਆ ਸੈਸ਼ਨ ਜੀ, ਤੇ ਉਹਦੇ ਵਿੱਚ ਜਿਹੜਾ ਧਰਮ ਨੂੰ ਕਨਵਰਜਨ ਕੀ ਹੈ, ਲਵ ਜਿਹਾਦ ਦਾ ਰੌਲਾ ਪਾਈ ਜਾਂਦਾ ਜੀ। ਦੇਖੋ, ਨੌਜਵਾਨ ਹੈ ਸਾਡਾ ਦੇਸ਼ ਹੈ, ਜੇ ਇਸ ਨੂੰ ਤੁਸੀਂ ਸਿਨਕ੍ਰੈਟਿਕ ਕਲਚਰ, ਇੱਕ ਦੂਜੇ ਨਾਲ ਮਿਲਣ ਜੁਲਣ ਨਹੀਂ ਦਿਓਗੇ, ਜਾਣ ਕੇ ਵਖਰੇਵੇਂ ਪਾਓਗੇ, ਤੇ ਮਾੜੀ ਗੱਲ ਹੈ। ਇਹ ਜਾਣ ਬੁੱਝ ਕੇ ਇੱਕ ਰਾਜਨੀਤਿਕ ਮੌਜੂ ਬਣਾਉਣ ਲਈ, ਮੁੱਦਾ ਬਣਾਉਣ ਲਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਸਾਨੂੰ ਟੋਟਲ ਪਾਪੂਲੇਸ਼ਨ 'ਚ ਇਹ ਦੱਸਣ, ਮੈਨੂੰ ਨਹੀਂ ਲੱਗਦਾ 0.0000 ਜਾਣੀ 1 ਲੱਖ 'ਚੋਂ ਵੀ ਕੋਈ ਇਹੋ ਜਿਹੇ 2 ਲੋਕ ਹੋਣਗੇ ਜਿਹੜੇ ਇੱਕ ਦੂਜੇ ਦੇ ਧਰਮ ਦੇ ਨਾਲ ਸਾਦੀ ਕਰਦੇ ਹੋ। ਹਰ ਕੋਈ ਬੰਦਾ ਆਪੋ ਆਪਣੇ ਧਰਮ 'ਚ ਕਰਦਾ। ਜੇ ਕੋਈ ਯੰਗ ਮੁੰਡੇ ਕਰੇ ਲੈਂਦੇ ਤੇ ਆਫਤ ਕੀ ਆ ਗਈ ਹੈ, ਐਡਾ ਕਿਹੜਾ ਇੱਥੇ ਤੂਫਾਨ ਆ ਗਿਆ, ਤੁਸੀਂ ਕਿਉਂ ਉਸ ਨੂੰ ਰਾਜਨੀਤਿਕ ਇਸ਼ੂ ਬਣਾਉਂਦੇ ਆ ਬਈ? ਹੁਣ ਇਹਨਾਂ ਨੇ ਲਵ ਜਿਹਾਦ ਦੇ ਨਾਂ ਤੇ ਉੱਤਰਾਖੰਡ ਦਾ ਸੋਚ ਲਓ, ਉਹ ਅੱਗੇ ਲਵ ਜਿਹਾਦ ਕਹਿੰਦੇ ਸੀ, ਹੁਣ ਲੈਂਡ ਜਿਹਾਦ ਸ਼ੁਰੂ ਕਰਤਾ ਵੀ ਇਹਨਾਂ ਦੀ ਅਸੀਂ ਜ਼ਮੀਨਾਂ, ਇਹਨਾਂ ਦੀਆਂ ਪ੍ਰਾਪਰਟੀਆਂ ਇੱਥੋਂ। ਜਿਹੜਾ ਟ੍ਰੇਨ ਐਕਸੀਡੈਂਟ ਹੋਇਆ ਉੱਥੇ ਵੀ ਇਹਨਾਂ ਨੇ ਕਿਹਾ ਕਿ ਉੱਥੇ ਮਸਜਿਦ ਸੀ, ਕਿਸੇ ਦਾ ਬਿਆਨ ਹੈ ਕਿ ਉੱਥੇ ਮਸਜਿਦ ਸੀ, ਤਾਂ ਕਰਕੇ ਟ੍ਰੇਨ ਦਾ ਐਕਸੀਡੈਂਟ ਹੋਇਆ। ਬਸ ਉਹੀ ਹੈ ਨਾ, ਮਤਲਬ ਇੱਕ ਗੱਲ ਦੀ ਚਿੰਜੜੀ ਛੇੜੀ ਜਾਣੀ ਹੈ, ਚਾਬੀ ਭਰੀ ਜਾਣੀ ਹੈ, ਇੱਕ ਦੂਜੇ ਨੂੰ ਬਦਨਾਮ, ਇੱਕ ਨੂੰ ਬਰਾਦਰੀ ਨੂੰ, ਮੁਸਲਮਾਨਾਂ ਨੂੰ ਜਿਸ ਤਰ੍ਹਾਂ ਕਹਿ ਲਈਏ ਤੇ ਕਹਿਣਾ ਨਹੀਂ ਚਾਹੀਦਾ, ਉਹਨਾਂ ਨੂੰ ਟਾਰਗੇਟ ਕਰਕੇ ਇਹ ਲਗਾਤਾਰ ਕੋਈ ਨਾ ਕੋਈ
ਰਾਜਨੀਤਿਕ ਤੌਰ ਤੇ ਵੀ, ਪ੍ਰਾਪੇਗੰਡੇ ਤੌਰ ਤੇ ਵੀ ਔਰ ਕਾਨੂੰਨਨ ਤੌਰ ਤੇ ਵੀ ਅਸੈਂਬਲੀਆਂ 'ਚ ਇਹੋ ਜਿਹਾ ਕਰਕੇ ਕਿ ਇਹਨਾਂ ਨੂੰ ਕਾਰਨਰ ਕੀਤਾ ਜਾਏ ਤਾਂ ਕਿ ਕੋਰਟ ਕਚਹਿਰੀਆਂ 'ਚੋਂ ਵੀ ਇਹ ਲੋਕ ਸੰਵਿਧਾਨ ਦੇ ਮੁਤਾਬਕ ਆਪਣਾ ਇਨਸਾਫ ਬਰਾਬਰਤਾ ਦਾ ਹੱਕ ਨਾ ਲੈ ਸਕਣ। ਉਹਨਾਂ ਨੇ ਕਿਹਾ ਤੇ ਕਾਨੂੰਨ ਅਸੀਂ ਜਿਹੜਾ ਧਰਮ ਪਰਿਵਰਤਨ ਜਿਹੜਾ ਨਹੀਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਸਾਡਾ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ, ਤੁਸੀਂ ਸੰਵਿਧਾਨ ਦੇ ਮਾਹਿਰ ਆ। ਬਿਲਕੁਲ ਜੀ। ਕਿ ਜੇ ਮੈਂ ਸਿੱਖ ਬੌਰਨ ਆ ਤੇ ਕੀ ਮੈਂ ਜ਼ਰੂਰੀ ਆ ਕਿ ਸਿੱਖ ਹੀ ਡੈਥ ਦੇ ਤੌਰ ਤੇ ਹੋਣਾ? ਮੈਂ ਹਿੰਦੂ ਵੀ ਹੋ ਸਕਦਾ, ਮੈਂ ਮੁਸਲਮਾਨ ਵੀ ਹੋ ਸਕਦਾ, ਮੈਂ ਬੁੱਧਿਸਟ ਵੀ ਹੋ ਸਕਦਾ, ਹੋਵਾਂ ਜਾਂ ਨਾ ਹੋਵਾਂ ਉਹ ਮੇਰੀ ਗੱਲ ਆ ਜੀ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਬਿਲਕੁਲ ਜੀ, ਆਪਣਾ ਸੰਵਿਧਾਨ ਦੇ ਪ੍ਰੈਂਬਲ ਦੇ ਵਿੱਚ ਲਿਖਿਆ ਹੋਇਆ ਜੀ, ਉਹ ਸਟਾਰਟਿੰਗ 'ਚ ਗੱਲ ਕਹਿ ਰਹੇ ਨੇ। ਬਿਲਕੁਲ, ਉਹਨਾਂ ਨੇ ਖੁਦ ਕਿਹਾ ਕਿ ਮੈਂ ਆਈ ਐਮ ਬੌਰਨ ਹਿੰਦੂ ਪਰ ਮੈਂ ਆਈ ਡੋਂਟ ਵਾਂਟ ਟੂ ਡਾਈ ਐਜ਼ ਏ ਹਿੰਦੂ ਜੀ। ਹਾਂ, ਉਹ ਸਿੱਖ ਵੀ ਬਣਨਾ ਚਾਹੁੰਦੇ ਸੀ ਇੱਕ ਮੌਕੇ ਤੇ, ਫਿਰ ਉਹਨਾਂ ਨੇ ਉਹ ਬੁੱਧਿਸਟ ਬਣ ਕੇ ਉਹਨਾਂ ਦੀ ਡੈਥ ਉਹ ਬੋਧੀ ਹੋ ਕੇ ਗਏ, ਉਹ ਐਜ਼ ਏ ਹਿੰਦੂ ਰਿਚੁਅਲ ਦੇ ਨਾਲ ਉਹਨਾਂ ਦੇ ਆਖਰੀ ਕਰਮ ਜਿਹੜੇ ਕਿਰਿਆ ਕਰਮ ਨਹੀਂ ਹੋਏ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਦੇਖੋ ਇਹ ਤੇ ਧੱਕਾ ਆ ਤੇ ਗੈਰ ਸੰਵਿਧਾਨਿਕ ਹੈ। ਜੇ ਤੁਸੀਂ ਇਸ ਤਰ੍ਹਾਂ ਹੀ ਕਰੀ ਜਾਓਗੇ ਫਿਰ ਤੇ ਹਿੰਦੂ ਰਾਸ਼ਟਰ ਹੋ ਹੀ ਗਿਆ। ਹਿੰਦੂ ਰਾਸ਼ਟਰ ਕੀ ਹੁੰਦਾ ਕਿ ਤੁਸੀਂ ਇੱਕੋ ਬਰਾਦਰੀ ਦੀ ਇੱਕੋ ਫਿਰਕੇ ਦੀ ਸੁਣਨੀ ਆ, ਜਿਹੜਾ ਬਹੁ ਗਿਣਤੀ ਆ, ਬਾਕੀ ਦਿਆਂ ਦੀ ਸੁਣਨੀ ਨਹੀਂ। ਬਾਕੀ ਦਿਆਂ ਦੀ ਨਾ ਸੁਣਨ ਤੇ ਕੋਈ ਗੱਲ ਨਹੀਂ, ਨਾ ਸੁਣਨ ਦੇ ਨਾਲ ਨਾਲ ਉਹਨਾਂ ਨੂੰ ਠੋਕਣਾ ਵੀ ਆ ਰੋਜ਼, ਕੋਈ ਨਾ ਕੋਈ ਉਹਨਾਂ ਦੇ ਉੱਤੇ ਤੋਹਮਤ ਲਾਉਣੀ ਆ, ਕੋਈ ਬੇਇੱਜ਼ਤੀ ਕਰਨੀ ਆ, ਕੋਈ ਨਾ ਕੋਈ ਉਹਨਾਂ ਨੂੰ ਆਪਣੇ ਢੰਗ ਨਾਲ ਸੌਖੀ ਭਾਸ਼ਾ 'ਚ ਗਾਲੀ ਗਲੋਚ ਕਰਨੀ ਤਾਂ ਕਿ ਉਹਨਾਂ ਨੂੰ ਨੀਵਾਂ ਦਿਖਾਇਆ ਜਾਏ, ਉਹਨਾਂ ਨੂੰ ਦੱਸਿਆ ਜਾਏ ਕਿ ਤੁਸੀਂ ਬੇਵਸ ਆ, ਤੁਸੀਂ ਸਾਡੇ ਮੁਤਾਬਕ ਜੀਓਗੇ ਜੋ ਅਸੀਂ ਕਹਾਂਗੇ। ਜੇ ਅਸੀਂ ਤੁਹਾਡੇ ਤੇ ਕੋਈ ਬੇਇੱਜ਼ਤੀ ਤੁਹਾਡੀ ਕਰਾਂਗੇ ਉਹ ਤੁਹਾਨੂੰ ਸਵਾਲੋ ਕਰਨੀ ਪਊਗੀ, ਤੁਹਾਨੂੰ ਬਰਦਾਸ਼ਤ ਕਰਨੀ ਪਊਗੀ। ਇਸ ਕਿਸਮ ਦਾ ਦੇਸ਼ ਦੇ ਅੰਦਰ ਮਾਹੌਲ ਬੜੇ ਤਰੀਕੇ ਨਾਲ ਪੈਦਾ ਕੀਤਾ ਜਾ ਰਿਹਾ। ਕਰਨਾਟਕਾ ਵਾਲਿਆਂ ਨੇ ਇਹ ਤੇ ਬਹੁਤ ਹਿੰਮਤ ਵਾਲੀ ਗੱਲ ਆ ਔਰ ਬੜੀਆਂ ਹੀ ਮਿਰਚਾਂ ਲੱਗੀਆਂ। ਬਿਲਕੁਲ ਜੀ, ਉਹ ਬੜੀਆਂ ਮਿਰਚਾਂ ਲੱਗ ਰਹੀਆਂ। ਬੀਜੇਪੀ ਦਾ ਬਿਆਨ ਆ ਗਿਆ ਇਸੇ ਹੀ ਗੱਲ ਦੇ ਉੱਤੇ ਕਿ ਜੇ ਇਸ ਤਰ੍ਹਾਂ ਹੀ ਕਰਨਾ ਕਾਂਗਰਸ ਨੇ ਤੇ ਫਿਰ ਕਾਂਗਰਸ ਔਰ ਮੁਸਲਿਮ ਲੀਗ ਦਾ ਕੀ ਫਰਕ ਹੈਗਾ? ਵੀ ਇਹ ਸਾਡੀ ਮੁਸਲਿਮ ਲੀਗ ਬਣ ਚੁੱਕੀ ਆ ਹੁਣ ਜੀ। ਜਾਣੀ ਹੱਦ ਆ ਕਿ ਯਾਰ ਜੇ ਕੋਈ ਧਰਮ ਨਿਰਪੱਖਤਾ ਦੀ ਗੱਲ ਕਰੇ, ਸੰਵਿਧਾਨ ਦੀ ਗੱਲ ਕਰੇ ਔਰ ਕੋਈ ਮਾਨਵਤਾ ਦੀ ਗੱਲ ਕਰੇ, ਉਹ ਤੁਹਾਨੂੰ ਮੁਸਲਿਮ ਲੀਗ ਲੱਗਦੀ। ਫਿਰ ਮੁਸਲਿਮ ਲੀਗ ਠੀਕ ਹੀ ਹੈ ਤੁਹਾਡੇ ਨਾਲੋਂ ਤੇ। ਤੁਸੀਂ ਜੋ ਇੱਥੋਂ ਅੱਗ ਲਾਂਬੂ ਲਾਈ ਤੁਰੇ ਜਾਂਦੇ ਆ ਤੇ ਕੋਈ ਜੇ ਲਾਂਬੂ ਲੱਗਣ ਤੇ ਜਿਹੜੀ ਫਾਇਰ ਬ੍ਰਿਗੇਡ ਆਵੇ ਉਹਨੂੰ ਮੁਸਲਿਮ ਲੀਗ ਕਹੋ ਜਾਂ ਤੁਸੀਂ ਸਿੱਖ ਕਹੋ ਜਾਂ ਕੁਛ ਬੋਧੀ ਕਹੋ, ਪਰ ਹੈ ਤੇ ਚੰਗੀ ਹੈ ਤੇ ਲਾਂਬੂ ਨੂੰ ਬੁਝਾਉਂਦੀ ਆ, ਤੁਸੀਂ ਲਾਂਬੂ ਲਾਉਂਦੇ ਜੀ। ਪ੍ਰੋਫੈਸਰ ਸਾਹਿਬ, ਇਹਦੇ ਨਾਲ ਹੀ ਉੱਥੋਂ ਦੀ ਸਰਕਾਰ ਨੇ, ਕਾਂਗਰਸ ਸਰਕਾਰ ਨੇ ਇੱਕ ਹੋਰ ਜਿਹੜਾ ਉੱਥੇ ਦਾ ਸਿਲੇਬਸ ਹੈਗਾ 10ਵੀਂ ਤੱਕ ਦਾ ਸਿਲੇਬਸ ਆ, ਉਹਦੇ ਵਿੱਚ ਵੀ ਕੁਝ ਚੇਂਜਸ ਕੀਤੇ ਨੇ। ਕੁਝ ਹਿੰਦੂਤਵਾ ਜਿਹੜੇ ਹੈਗੇ ਨੇ ਲੀਡਰ ਸੀ RSS ਦੇ, ਉਹਨਾਂ ਦੇ ਬਾਰੇ ਜਿਹੜੀ ਸਟੱਡੀ ਕਰਵਾਈ ਜਾਂਦੀ ਸੀ, ਉਹਨੂੰ ਵੀ ਉਹਦੇ ਬਾਰੇ ਉਹਨਾਂ ਨੇ ਕੀ ਕੀਤਾ ਜੀ? ਗੁਰਦੀਪ, ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਆ ਉਹਦੇ ਤਹਿਤ ਬਹੁਤ ਕੁਝ ਬਦਲਿਆ ਜਾ ਰਿਹਾ। ਕੁਝ ਤੇ ਚਲੋ ਢਾਂਚਾਗਤ ਤਬਦੀਲੀਆਂ, ਉਹ ਤੇ ਕੁਝ ਚੰਗਾ ਕਹਿੰਦੇ, ਕੋਈ ਮਾੜਾ, ਪਰ ਉਹਦਾ ਕੰਟੈਂਟ ਹੀ ਬਦਲ ਦੇਣਾ। ਇੱਥੇ ਸਿੱਖੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੰਜਾਬ ਦੇ ਵਿੱਚ ਬਹੁਤ ਕਿੰਨੇ ਇੱਥੇ ਮੁਜ਼ਾਹਰੇ ਹੁੰਦੇ ਰਹੇ, ਕਿੰਨੇ ਧਰਨੇ ਲੱਗੇ ਆ ਸਕੂਲ ਐਜੂਕੇਸ਼ਨ ਬੋਰਡ ਦੇ ਸਾਹਮਣੇ। ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਜਿੱਥੇ ਜਿੱਥੇ ਸਰਕਾਰਾਂ ਆਈਆਂ, ਕਿਉਂਕਿ ਸਕੂਲ ਐਜੂਕੇਸ਼ਨ ਸਟੇਟ ਦਾ ਸਬਜੈਕਟ ਹੈਗਾ, ਤਾਂ ਉਹ ਆਪਣੇ ਤੌਰ ਦੇ ਉੱਤੇ ਕੁਝ ਹੋਰ ਹੀ ਊਲ ਜਲੂਲ ਵਿੱਚ ਪਾਈ ਜਾਂਦੇ ਆ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਜਰਮਨੀ ਤੋਂ ਆਈਡੀਆ ਲੈ ਕੇ ਫਾਸ਼ਿਜ਼ਮ ਦਾ ਤੇ ਹਿੰਦੂ ਰਾਸ਼ਟਰ ਵਰਗਾ ਇੱਥੇ ਆਈਡੀਆ ਲੈ ਕੇ VD ਸਵਾਰਕਰ ਆਇਆ, ਜਿਹੜਾ ਸੈਲੂਲਰ ਜੇਲ੍ਹ 'ਚ ਉੱਥੇ ਬੰਦ ਸੀਗਾ ਔਰ ਉੱਥੇ ਕਾਲੇ ਪਾਣੀ ਜਿਹਨੂੰ ਕਹਿੰਦੇ ਆ, ਉੱਥੇ ਬੰਦ ਸੀ ਤੇ ਉੱਥੋਂ ਛੁੱਟਣ ਲਈ ਕਿੰਨੀ ਵਾਰੀ ਉਹਨੇ ਦਰਖਾਸਤਾਂ ਕੀਤੀਆਂ, ਅਪੀਲਾਂ ਕੀਤੀਆਂ, ਮਾਫੀ ਮੰਗਣ ਲਈ ਚਿੱਠੀਆਂ ਲਿਖੀਆਂ ਅੰਗਰੇਜ਼ਾਂ ਨੂੰ 1920, 21, 22, 23 ਇਹਨਾਂ ਸਮਿਆਂ ਦੇ ਦੌਰਾਨ। ਤਾਂ ਉਹ ਅਖੀਰ 'ਚ 3-4 ਅਪੀਲਾਂ ਕਰਨ ਦੇ ਬਾਅਦ ਜਦੋਂ ਬਿਲਕੁਲ ਹੀ ਉਹ ਗੜਗੜਾਉਣ ਲੱਗਾ ਤੇ ਉਹਨਾਂ ਨੇ ਕਿਹਾ ਚੰਗਾ ਤੂੰ ਫਿਰ ਰੋਜ਼ ਥਾਣੇ 'ਚ ਰਿਪੋਰਟ ਕਰਿਆ ਕਰੇਗਾ, ਦੱਸਿਆ ਕਰੇਗਾ, ਕਿਤੇ ਜਾ ਨਹੀਂ ਸਕਦਾ ਤੇ ਇੰਨਾ ਤੈਨੂੰ ਲਿਮਿਟੇਸ਼ਨ ਦਾ, ਇੰਨਾ ਤੇਰੀਆਂ ਜੇ ਤੂੰ ਸ਼ਰਤਾਂ ਪੂਰੀਆਂ ਕਰੇਗਾ ਤੇ ਅਸੀਂ ਤੈਨੂੰ ਬਾਹਰ ਜੇਲ੍ਹ ਤੇ ਸੈਲੂਲਰ ਜੇਲ੍ਹ ਦੇ ਵਿੱਚੋਂ ਕੱਢ ਦਿੰਦੇ ਆ ਜੀ। ਤੇ ਉਹਨੂੰ ਬਾਹਰ ਕਰਤਾ। ਉਹਨੂੰ ਕੋਈ VD ਸਵਾਰਕਰ ਨੂੰ, ਜਿਹੜਾ ਬੰਦਾ ਮਾਫੀਆਂ ਮੰਗ ਕੇ ਆ, ਉਹਨੂੰ ਪਤਾ ਕੀ ਕਹਿੰਦੇ? ਵੀਰ ਸਵਾਰਕਰ ਜੀ, ਯੋਧਾ ਜੀ। ਇੱਕ ਤੇ ਉਹਦਾ ਸਿਲੇਬਸ ਪਾਤਾ ਵਿੱਚ, ਦੂਜਾ ਪਾਤਾ ਇਹਨਾਂ ਨੇ ਸਕੂਲਾਂ ਦੇ ਜਿਹੜਾ RSS ਦਾ ਫਾਊਂਡਰ ਜਿਹਨੂੰ ਇਹ ਕਹਿੰਦੇ ਗੁਰੂ ਜੀ ਹੈਡਗੇਵਾਰ ਜੀ, ਉਹ ਤੁਸੀਂ ਫੋਟੋ ਦੇਖੀ ਹੋਈ ਹੈ, ਜਗ੍ਹਾ ਜਗ੍ਹਾ ਹੈਗੀ ਹੈ। ਉਹਨਾਂ ਨੇ, ਜਿਨ੍ਹਾਂ ਨੇ ਬੰਚ ਆਫ ਥਾਟ ਲਿਖੀ ਹੋਈ ਆ, ਤੁਹਾਨੂੰ ਆਨਲਾਈਨ ਮਿਲ ਜਾਂਦੀ ਹੈ, ਕੋਈ ਵੀ ਸਾਡੇ ਸੁਣਨ ਵਾਲੇ ਵੀ ਦੇਖ ਸਕਣ। ਤੁਸੀਂ ਗੂਗਲ 'ਚ ਜਾਂ ਕਿਸੇ ਵੀ ਸਰਚ ਇੰਜਨ 'ਚ ਪਾਓ ਬੰਚ ਆਫ ਥਾਟ ਤੇ ਹੈਡਗੇਵਰ ਦੀ ਕਿਤਾਬ, ਤੇ ਉਹਦੀਆਂ ਸਪੀਚਾਂ ਆ। ਜੇ ਤੁਸੀਂ ਉਸ ਨੂੰ ਸੁਣ ਲਓ ਤੁਹਾਨੂੰ ਇਹ ਪਤਾ ਲੱਗ ਜੂ ਕਿ ਇਹਨਾਂ ਦੇ ਅੰਦਰ ਜਾਣੀ 1 ਲੱਖ ਖੜੱਪਾ ਸੱਪ ਦੀ ਜ਼ਹਿਰ ਕੱਢੀ ਜਾਏ ਨਾ, ਉਹ ਕੱਲੇ ਬੰਦੇ ਦੇ ਅੰਦਰ ਆ। ਇੰਨੀ ਜ਼ਰੀਲੀ ਭਾਸ਼ਾ ਅੰਦਰ ਦਿਮਾਗ ਦੇ ਵਿੱਚ ਭਰੀ, ਨਫ਼ਰਤ।
ਪਤਾ ਨਹੀਂ ਕਿਉਂ ਇਸ ਤਰੀਕੇ ਨਾਲ ਜੀਂਦੇ ਕਿਵੇਂ ਹੋਣਗੇ ਇੰਨੀ ਜ਼ਹਿਰ ਲੈ ਕੇ। ਤੇ ਲਿਖਿਆ ਉਹਦੇ 'ਚ ਇਹ ਆ ਕਿ ਦੋ ਬਾਹਰੀ ਧਰਮ ਇਸਲਾਮ ਤੇ ਜਿਹੜੇ ਕ੍ਰਿਸਚੀਅਨਟੀ ਆ ਇਹ ਬਾਹਰੋਂ ਆਏ ਆ, ਇਹ ਅਸੀਂ ਇੱਥੇ ਇਹ ਤੇ ਰਹਿਣ ਨਹੀਂ ਦੇਣੇ, ਜਾਣੀ ਅਸੀਂ ਇਹਨਾਂ ਨੂੰ ਕੱਚੇ ਲਾਉਣਾ। ਜੇ ਰਹਿਣਗੇ ਵੀ ਤੇ ਇੱਥੇ ਮਤਲਬ ਸਾਡੀ ਜੁੱਤੀ ਥੱਲੇ ਰਹਿਣਗੇ। ਕਹਿਣ ਦਾ ਮਤਲਬ ਇਹ ਹੈ। ਇੱਕ ਤੇ ਇਹ ਉਹਦੇ 'ਚ ਸਿੱਖਿਆ ਆ, ਜਿਹੜੇ ਇਹਨਾਂ ਦੇ ਫਾਊਂਡਰ ਗੁਰੂ ਆ ਜਿਨ੍ਹਾਂ ਦੀ ਸਿੱਖਿਆ ਹੁਣ ਬੱਚਿਆਂ ਤੱਕ ਪਹੁੰਚਾਉਣੀ ਆ ਸਕੂਲਾਂ ਦੇ ਟੈਕਸਟ ਬੁੱਕ ਰਾਹੀਂ, ਕਰਨਾਟਕਾ 'ਚ ਜੋ ਕੀਤਾ ਗਿਆ। ਔਰ ਦੂਸਰਾ ਉਹਨਾਂ ਦਾ ਕਹਿਣਾ ਕਿ ਜਿਹੜੇ ਲੈਫਟ ਆ, ਕਿਉਂਕਿ ਉਹ ਸੈਕੂਲਰ ਗੱਲ ਕਰਦੇ ਆ, ਕਿਉਂਕਿ ਉਹਨਾਂ 'ਚੋਂ ਬਹੁਤ ਸਾਰੇ ਬੰਦੇ ਐਥੀਸਟ ਹੈਗੇ ਆ ਜਿਹੜੇ ਉਸ ਕਿਸਮ ਦੇ ਧਰਮ ਦੇ ਵਿੱਚ ਫਾਰਮਲੀ ਵਿਸ਼ਵਾਸ ਨਹੀਂ ਕਰਦੇ, ਬਹੁਤ ਸਾਰੇ ਕਰਦੇ ਵੀ ਹੈਗੇ ਆ, ਤਾਂ ਉਹ ਅਸੀਂ ਉਹਨਾਂ ਨੂੰ ਵੀ ਇੱਥੇ ਨਹੀਂ ਰਹਿਣ ਦੇਣਾ। ਉਹ ਇੱਕ ਬਾਹਰੀ ਆਈਡੀਆਲੋਜੀ ਸਾਡੇ ਦੇਸ਼ 'ਚ ਲਿਆ ਕੇ ਇੱਕ ਇਨਕਲਾਬ ਦੀ ਗੱਲ ਕਰਦੇ ਆ। ਇੱਕ ਇਹ 3 ਮੁੱਖ ਦੁਸ਼ਮਣ ਉਹਦੇ 'ਚ ਲਿਖੇ ਆ, ਤੁਸੀਂ ਵੀ ਪੜ੍ਹ ਲਿਓ। ਹੁਣ ਉਹਨਾਂ ਬੰਦਿਆਂ ਨੂੰ ਜੇ ਤੁਸੀਂ ਬੱਚਿਆਂ ਦੇ ਜਿਹੜੇ ਟੈਂਡਰ ਮਾਈਂਡ ਆ ਇਹ ਚੀਜ਼ਾਂ ਪੜ੍ਹਾਓਗੇ ਤਾਂ ਉਹ ਕੀ ਸੋਚਣਗੇ? ਉਹ ਕਮਿਊਨਿਸਟਾਂ ਬਾਰੇ ਵੀ ਬੁਰਾ ਸੋਚਣਗੇ, ਮੁਸਲਮਾਨਾਂ ਬਾਰੇ ਤਾਂ ਬਚਪਨ 'ਚ ਹੀ ਤੁਸੀਂ, ਤੇ ਕ੍ਰਿਸਚੀਅਨਾਂ ਬਾਰੇ, ਈਸਾਈਆਂ ਬਾਰੇ ਤਾਂ ਬਚਪਨ 'ਚ ਹੀ ਤੁਸੀਂ ਜ਼ਹਿਰ ਭਰ ਦੋਗੇ। ਇਹ ਦੇਸ਼ ਨੂੰ ਜੋੜਨਾ, ਪਿਆਰ ਸਿਖਾਉਣਾ, ਸਤਿਕਾਰ ਸਿਖਾਉਣਾ, ਭਾਈਚਾਰਾ ਸਿਖਾਉਣਾ ਉਹ ਸਿਖਾਓ ਤੁਸੀਂ, ਜੋ ਬਾਬਾ ਨਾਮਦੇਵ ਮਹਾਰਾਜ ਸਿਖਾ ਗਏ। ਹੋਰ ਉਹਨਾਂ ਦੇ ਵੀ ਬਹੁਤ ਸਾਰੇ ਇਹੋ ਜਿਹੇ ਸੈਕਟ ਹੋਏ ਆ, ਜਿਹੜੇ ਕਰਨਾਟਕਾ ਦਾ ਬਹੁਤ ਇਹੋ ਜਿਹਾ ਹੈਗਾ ਆ, ਮੈਂ ਜਾਣਦਾ ਇਸ ਗੱਲ ਦਾ। ਸਿੱਖੀ ਵਰਗੇ ਵਿਚਾਰਾਂ ਦਾ ਫੈਲਾਅ ਕਰਨਾਟਕਾ 'ਚ ਵੀ ਹੋਇਆ। ਉਹ ਸਾਰਿਆਂ ਨੂੰ ਬਸਾਵਾ ਪਨਈਆ ਨਹੀਂ ਆ, ਕੋਈ ਬਸਵੰਨਾ ਜਿਹਨੂੰ ਕਹਿੰਦੇ ਆ, ਉਹ ਉੱਥੇ ਉਹਨਾਂ ਨੇ ਇਹੋ ਜਿਹੇ ਵਿਚਾਰ ਦਿੱਤੇ ਆ ਜਾਤਾਂ ਦੇ ਅਗੇਂਸਟ, ਜਾਤਾਂ ਤੋਂ ਉੱਪਰ ਉੱਠ ਕੇ। ਉਹ ਸਾਰਾ ਜਿਹੜਾ ਇਹਨਾਂ ਨੂੰ ਉਹ ਲਿਟਰੇਚਰ ਨੂੰ ਅੱਗੇ ਕਰਨ ਦੀ ਜਗ੍ਹਾ ਤੁਸੀਂ ਹੋਰ ਹੀ ਜਿਹੜੇ ਬੰਦੇ ਦੇਸ਼ ਦੇ ਅੰਦਰ ਫਿਰਕਾ ਪ੍ਰਸਤੀ ਦੀ ਗੱਲ ਕਰਦੇ ਆ, ਲੋਕਾਂ ਦੀ ਇੱਕ ਆਪਸ ਵਿੱਚ ਯਕਜਹਿਤੀ ਤੇ ਜਿਹੜੀ ਨੇੜਤਾ ਆ ਉਸ ਨੂੰ ਉਹਦੇ 'ਚ ਵਿੱਥਾਂ ਪਾ ਕੇ ਜ਼ਹਿਰ ਪਾਉਂਦੇ ਆ ਉਹਦੇ 'ਚ, ਉਹਨਾਂ ਬੰਦਿਆਂ ਨੂੰ ਬੱਚਿਆਂ ਨੂੰ ਪੜ੍ਹਾਓਗੇ ਤੇ ਇਹ ਤੇ ਪਾਪ ਹੈਗਾ। ਇਹ ਦੇਸ਼ ਨੂੰ ਇਕੱਠਾ ਨਹੀਂ ਰਹਿਣ ਦੇਊਗਾ ਗੁਰਦੀਪ, ਇਹ ਦੇਸ਼ ਨੂੰ ਕਮਜ਼ੋਰ ਕਰੂਗਾ। ਸੰਵਿਧਾਨ ਤੇ ਇੱਕ ਦਿਨ ਫਿਰ ਉੱਡੀ ਜਾਊਗਾ, ਕਿਉਂਕਿ ਫਿਰ ਇੱਥੇ ਪੰਡਤ ਦੱਸਣਗੇ ਕਿ ਕੀ ਸੱਚ ਆ, ਕੀ ਇਨਸਾਫ ਆ, ਕੀ ਪਾਪ ਆ, ਕੀ ਪੁੰਨ ਆ। ਤਾਂ ਫਿਰ ਜਿਵੇਂ ਪਾਕਿਸਤਾਨ 'ਚ ਹੋ ਰਿਹਾ, ਮੌਲਵੀ ਦੱਸਦੇ ਆ, ਜਾਂ ਗਲਫ 'ਚ ਹੋ ਰਿਹਾ ਉੱਥੇ ਉਹੋ ਜਿਹਾ ਹੋਊਗਾ ਇੱਥੇ। ਇਹ ਇੱਕ ਸਾਡੇ ਲਈ ਬਹੁਤ ਕਾਲਾ ਦਿਨ ਹੋਊਗਾ ਜੇ ਇਹੋ ਜਿਹੀ ਸੋਚ ਸੰਵਿਧਾਨ ਨੂੰ ਇੱਕ ਪਾਸੇ ਹਟਾ ਕੇ ਭਾਰੂ ਹੋ ਜਾਂਦੀ ਹੈ। ਜੀ ਪ੍ਰੋਫੈਸਰ ਸਾਹਿਬ, ਇਹ ਦੇਖਿਆ ਆਪਾਂ ਸਿਲੇਬਸ ਦੇ ਵਿੱਚ ਦੂਜੇ ਪਾਸੇ, ਇੱਕ ਪਾਸੇ ਤਾਂ ਜਿਹੜੀ ਉੱਥੇ ਕਰਨਾਟਕਾ ਸਰਕਾਰ ਉਹਨਾਂ ਨੇ ਇਹ ਸਿਲੇਬਸ ਹਟਾ ਕੇ ਦੂਸਰੀ ਸਾਈਡ 'ਤੇ ਉਹਦੇ ਵਿੱਚ ਜਿਹੜਾ ਡਾਕਟਰ ਅੰਬੇਡਕਰ ਦੇ ਬਾਰੇ ਜੀਵਨ ਬਾਰੇ ਆ, ਜੋਤੀਬਾ ਫੂਲੇ ਬਾਰੇ ਆ, ਜਾਂ ਮਹਾਤਮਾ ਗਾਂਧੀ ਬਾਰੇ ਆ, ਉਹ ਸਿਲੇਬਸ ਇੰਟਰੋਡਿਊਸ ਕੀਤਾ। ਇਸ ਦੇ ਨਾਲ ਹੀ ਅਗਰ ਆਪਾਂ ਦੇਖੀਏ ਇੱਕ NCERT ਦੀਆਂ ਕਿਤਾਬਾਂ ਨੇ ਜਿਹਦੇ ਵਿੱਚੋਂ ਕੁਝ ਜਿਹੜੇ ਪ੍ਰੋਫੈਸਰ ਸਾਹਿਬ ਨੇ, ਸਕਾਲਰਸ ਨੇ, ਜਾਂ ਕੁਝ ਹੋਰ ਇਤਿਹਾਸਕਾਰ ਨੇ, ਉਹਨਾਂ ਨੇ ਆਪਣੇ ਨਾਮ ਵਾਪਸ ਲੈ ਲਏ ਨੇ। ਉਹਨਾਂ ਜਿਹੜਾ ਐਡੀਟੋਰੀਅਲ ਬੋਰਡ ਸੀ, ਉਹ ਕੀ ਮਾਮਲਾ ਪ੍ਰੋਫੈਸਰ ਸਾਹਿਬ? ਉਹ ਮਾਮਲਾ ਇਹ ਹੈ ਕਿ ਸੁਹਾਸ ਪਾਲਸੀਕਰ ਤੇ ਜੋਗਿੰਦਰ ਯਾਦਵ ਇਹ ਉਹਨਾਂ ਦੇ ਬੋਰਡ ਵਿੱਚ ਸੀ, ਐਡਵਾਈਜ਼ਰ ਸੀਗੇ ਜੀ, ਕਿ ਕਿਹੜਾ ਜਿਹੜਾ ਇਹ ਸਿਲੇਬਸ ਆ ਕਿਵੇਂ ਅਸੀਂ ਇਤਿਹਾਸ ਨੂੰ ਇੱਕ ਬੈਲੈਂਸ ਢੰਗ ਤੇ ਪੜ੍ਹਾਈਏ, ਖਾਸ ਕਰਕੇ ਪੋਲੀਟੀਕਲ ਸਾਇੰਸ, ਹਿਸਟਰੀ, ਇਹ ਚੀਜ਼ਾਂ, ਸੋਸ਼ੀਓਲੋਜੀ। ਇਹ ਕੀ ਕਰ ਰਹੇ ਆ ਹੁਣ ਜਿਹੜੇ ਨਵੇਂ ਬੰਦੇ ਆਏ ਆ? ਨਵੇਂ ਬੰਦੇ ਕਹਿ ਰਹੇ ਆ ਕਿ ਅਸੀਂ ਜੀ ਦਲਿਤ ਮੂਵਮੈਂਟ ਨੂੰ ਕੱਢ ਦੇਣਾ ਜੀ, ਅਸੀਂ ਇਸ ਗੱਲ ਨੂੰ ਵੀ ਕੱਢ ਦੇਣਾ ਕਿ ਇੱਥੇ ਦਲਿਤਾਂ ਦੇ ਨਾਲ ਕਦੀ ਕੋਈ ਇੰਨਾ ਜ਼ਿਆਦਾ ਵਿਤਕਰਾ ਤੇ ਅਮਾਨਵੀ ਵਰਤਾਓ ਹੁੰਦਾ ਸੀ ਜਿਵੇਂ ਹੁਣ ਦੀ ਗੱਲ ਜਾਂ ਕੱਲ੍ਹ ਦੀ ਗੱਲ ਆ। ਜੇ ਕਿ ਸਾਊਥ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਦਲਿਤ ਔਰਤਾਂ, ਉਹਨਾਂ ਨੂੰ ਬਲਾਊਜ਼ ਪਹਿਨਣ ਦਾ ਜਾਂ ਆਪਣੇ ਸਰੀਰ ਨੂੰ ਢੱਕਣ ਦੀ ਵੀ ਇਜਾਜ਼ਤ ਨਹੀਂ ਸੀ ਜੀ। ਤੂੰ ਹੋਰ ਤਾਂ ਗੱਲ ਛੱਡੋ, 3 ਮੰਜ਼ਿਲਾ ਮਕਾਨ ਨਹੀਂ ਸੀ ਪਾ ਸਕਦੇ, ਜਿਹੜੀ ਕੋਈ ਵੀ ਸਿੰਬਲ ਆਫ ਐਮਪਾਵਰਮੈਂਟ ਜਿੱਥੇ ਉਹ ਵੱਡਾ ਮਹਿਸੂਸ ਕਰਨ। ਪੈਸਾ ਹੁੰਦਿਆਂ ਹੋਇਆਂ ਵੀ ਕੰਨਾਂ 'ਚ ਸੋਨਾ ਨਹੀਂ ਸੀ ਪਾ ਸਕਦੀਆਂ, ਚੰਗੇ ਸੋਹਣੇ ਕੱਪੜੇ ਨਹੀਂ ਸੀ ਪਾ ਸਕਦੇ ਪੈਸਾ ਹੁੰਦਿਆਂ ਹੋਇਆਂ ਵੀ। ਯਾਨੀ ਇਹੋ ਜਿਹੀਆਂ ਗੱਲਾਂ ਸੀ ਕਿ ਉਹ ਬਰਾਬਰ ਨਾ ਦਿਸਣ, ਮੁੱਛ ਨਹੀਂ ਜਿਵੇਂ ਰੱਖਣ ਦਿੰਦੇ। ਹੁਣ ਰਾਜਪੂਤ ਜਿਹੜੇ ਇਸ ਗੱਲ ਦਾ ਪੰਗਾ ਪਾ ਲੈਂਦੇ ਕਿ ਇਹ ਦਲਿਤ ਹੁੰਦਾ ਆ, ਸਾਡੇ ਸਾਹਮਣੇ ਮੁੱਛ ਖੜੀ ਕਿਉਂ ਕਰਦਾ ਜੀ? ਕਿਉਂ ਜੀ? ਤੇਰੀ ਮੁੱਛ ਆ, ਉਹਦੀ ਮੁੱਛ ਆ, ਜੋ ਮਰਜ਼ੀ ਕਰੇ, ਰੱਖੇ ਮੁੰਨੇ ਖੜੀ ਕਰੇ, ਠਾਹ ਨੂੰ ਕਰੇ। ਇਹ ਕਿਹੜੀਆਂ ਗੱਲਾਂ ਹੈ? ਇਸ ਲਈ ਇਹ ਇੱਕ ਹੈਂਕੜ ਤੇ ਕਬਜ਼ਾ ਤੇ ਉਸ ਨੂੰ ਇਹ ਸਾਰੀ ਚੀਜ਼ ਨੂੰ ਕੱਢ ਦਿੱਤਾ ਵਿੱਚੋਂ। ਉਹ ਇਹ ਕਹਿ ਰਹੇ ਆ ਕਿ ਸਿਲੇਬਸ ਦੇ ਵਿੱਚ ਸੋਹਣੀਆਂ ਗੱਲਾਂ ਦਿਖਾਓਗੇ। ਇੱਥੇ ਤੇ ਹਮੇਸ਼ਾ ਰਾਮ ਰਾਜ ਸੀ, ਸਾਡਾ ਇਤਿਹਾਸ ਤੇ ਸਿੱਧਾ ਹੀ ਵੈਦਿਕ ਪੀਰੀਅਡ ਤੋਂ ਇੱਕ ਬਿਲਕੁਲ ਸਾਫ਼ ਸਫੂਨ ਟ੍ਰਾਜੈਕਟਰੀ 'ਚੋਂ ਆਇਆ। ਇੱਥੇ ਕੋਈ ਕਿਸੇ ਕਿਸਮ ਦੀ ਕਿਸੇ ਨੂੰ ਜਦੋਜਹਿਦ ਨਹੀਂ ਕਰਨੀ ਪਈ, ਆਤਮ ਸਨਮਾਨ ਲਈ ਕੋਈ ਲੜਾਈ ਨਹੀਂ ਦੇਣੀ ਪਈ, ਇੱਥੇ ਔਰਤਾਂ ਨੂੰ ਕੋਈ ਲੜਾਈਆਂ ਨਹੀਂ ਦੇਣੀਆਂ ਪਈਆਂ, ਇੱਥੇ ਆਦੀਵਾਸੀਆਂ ਨੂੰ ਕੋਈ ਕੁਰਬਾਨੀ ਨਹੀਂ ਕਰਨੀ ਪਈ। ਇਸ ਕਿਸਮ ਦਾ ਸਾਰਾ ਮਿਟਾ ਹੀ ਦਿਓਗੇ ਤੇ ਬੱਚਿਆਂ ਨੂੰ ਕਿੱਥੋਂ ਪਤਾ ਲੱਗੂਗਾ ਕਿ ਅਸੀਂ ਕਿਸ ਯੁੱਧ ਦੇ ਰਾਹੀਂ ਇੱਥੇ ਅੱਜ ਦੇ ਸਮਾਜ 'ਚ ਪਹੁੰਚੇ ਹਾਂ ਤੇ ਅੱਗੇ ਉਹਨਾਂ ਦੇ ਫਰਜ਼ ਕੀ ਬਣਦੇ।
ਇਸ ਲਈ ਜਦੋਂ ਇਹ ਹਟਾਇਆ ਹੈ ਸਾਰਾ ਕੁਝ ਤਾਂ ਉਹਨਾਂ ਨੇ ਕਿਹਾ ਭਰਾਵਾ ਸਾਡਾ ਨਾਂ ਕਿਉਂ ਵਰਤਦੇ ਆ, ਸਾਡਾ ਤੇ ਨਾਂ ਕੱਢ ਦਿਓ ਬਾਹਰ। ਪਹਿਲਾਂ ਉਹ ਦੋਵੇਂ ਹਟੇ ਸੀ, ਅੱਜ 30-31 ਬੰਦੇ ਹੋਰ ਹਟ ਗਏ। ਮੈਂ ਬਹੁਤ ਸਾਰੇ ਉਹਨਾਂ ਨੂੰ ਬੰਦਿਆਂ ਨੂੰ ਜਾਣਦਾ ਹਾਂ। JNU ਦੇ ਪ੍ਰੋਫੈਸਰ ਆ, ਪੀਟਰ ਡਸੂਜਾ ਸਾਡੇ ਨਾਲ ਗੋਆ ਯੂਨੀਵਰਸਿਟੀ 'ਚ ਹੁੰਦੇ ਸੀ, ਫਿਰ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਦੇ ਵਿੱਚ ਉਹ ਡਾਇਰੈਕਟਰ ਵੀ ਸੀਗੇ ਇੰਸਟੀਚਿਊਟ ਦੇ ਸ਼ਿਮਲੇ ਦੇ ਵਿੱਚ। ਹੋਰ ਕਿੰਨੇ ਬੰਦੇ, ਮੈਂ ਇਕੱਲੇ ਦਾ ਕੀ ਨਾਂ ਲਵਾਂ, 30-31 ਬੰਦੇ ਆ ਜਿਹੜੇ ਬਹੁਤ ਸੀਨੀਅਰ ਨਾਮੀ ਖਾਮੀ ਹਿਸਟੋਰੀਅਨ ਆ, ਕਲਚਰ ਦੇ ਬੰਦੇ ਆ। ਉਹਨਾਂ ਸਾਰਿਆਂ ਨੇ ਕਿਹਾ, ਸੀਨੀਅਰ ਬੰਦਿਆਂ ਨੇ, ਕਿ ਮਾफ़ ਕਰੋ ਸਾਡਾ ਨਾਂ ਬਦਨਾਮ ਨਾ ਕਰੋ, ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਹੁਣ ਲਾਗੂ ਕਰ ਰਹੇ ਆ ਉਹ ਸਾਡੀ ਵੱਲੋਂ ਅਪਰੂਵਡ ਨਹੀਂ ਹੈ। ਬਿਲਕੁਲ ਜੀ। ਇਸ ਲਈ ਜਿਨ੍ਹਾਂ ਨੇ ਅਪਰੂਵ ਕੀਤੀ ਉਹਨਾਂ ਦੇ ਨਾਂ ਰੱਖੋ, ਸਾਡੇ ਨਾਂ ਬਾਹਰ ਕਰ ਦਿਓ। ਮੇਰਾ ਖਿਆਲ ਬਹੁਤ ਵੱਡਾ ਇੰਟੈਲੈਕਚੁਅਲ ਨੇ। ਇੱਕ ਜਨਰਲੀ ਆਪਾਂ ਮੰਨਦੇ ਹਾਂ ਕਿ ਬੜੇ ਬੈਕਬੋਨ ਉਹਨਾਂ ਦੀ ਨਹੀਂ ਹੁੰਦੀ, ਛੋਧੇ ਹੁੰਦੇ ਆ, ਸਰਕਾਰਾਂ ਵੱਲ ਦੇਖਦੇ ਰਹਿੰਦੇ ਸਾਨੂੰ ਕੁਝ ਮਿਲ ਜੇ, ਸਾਨੂੰ ਕੁਝ ਮਿਲ ਜੇ। ਪਰ ਜੇ ਦੇਸ਼ ਦਾ ਇੰਟੈਲੈਕਚੁਅਲ ਇੰਟੈਲੀਜੈਂਸੀਆ ਜਾਣੀ ਜਿਹੜਾ ਥਿੰਕ ਟੈਂਕ ਹੈਗੇ ਆ, ਜੇ ਉਹ ਆ ਕੇ ਮੈਦਾਨ ਦੇ ਵਿੱਚ ਲੜਾਈ ਦਿੰਦੇ ਆ ਔਰ ਇਸ ਤਰੀਕੇ ਨਾਲ ਖੜੇ ਹੁੰਦੇ ਆ, ਆਪਣੀ ਆਵਾਜ਼ ਪਹੁੰਚਾਉਂਦੇ ਆ, ਹੈ ਨਾ, ਮੀਡੀਆ ਦੇ ਰਾਹੀਂ ਉਹਨਾਂ ਕੁਆਟਰਾਂ ਤੱਕ ਜਿੱਥੋਂ ਇੱਕ ਸ਼ੈਤਾਨੀਆਂ ਹੋ ਰਹੀਆਂ, ਤਾਂ ਮੈਨੂੰ ਲੱਗਦਾ ਕਿ ਇਹ ਦੇਸ਼ ਦਾ ਭਵਿੱਖ ਇੰਨਾ ਖਤਰੇ ਦੇ ਵਿੱਚ ਨਹੀਂ ਹੈ। ਇਹਦੇ ਵਿੱਚ ਕਾਫੀ ਕੁਝ ਅਜੇ ਉਮੀਦਾਂ ਹੈਗੀਆਂ। ਇਹ ਸਨ ਅੱਜ ਦੇ ਮੁੱਦੇ, ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਨਵੇਂ ਮੁੱਦੇ ਲੈ ਕੇ ਆਵਾਂਗੇ। ਤਦ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।